ਤੂੰ ਠਾਕੁਰ ਊਚ ਭਗਵਾਨਾ, ਹਰ ਜੁਗ ਜੁਗ ਭਗਤ ਉਪਾਇਆ। ਪੈਜ ਰਖਦਾ ਆਇਆ RAM ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਉ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਈ ਛਡਾਇਆ। ਬਦਬਖਤ ਹਮ ਚੂੰ ਬਖੀਲ ਗਾਫਿਲ, ਬੇਨਜ਼ਰ ਬੇਬਾਕ। ਨਾਨਕ ਬੁਗੋਇਤ ਜਨ ਤੁਰਾ, ਤੇਰੇ ਚਾਕਰਾਂ ਪਾ ਖਾਕ। ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ, ਚਵਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਭੰਡਾਰ ਬਰਦੋ ਆਲਮ ਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਪਰਮ ਸਨਮਾਨਯੋਗ ਸਤਸੰਗੀ ਜਨੋ, ਆਪ ਸਾਲਾਨਾ ਸਮਾਗਮ ਜੋ ਹਰ ਸਾਲ ਖਾਸ ਕਰਕੇ ਵੈਸਟ ਦਿੱਲੀ ਦੇ ਜਿੰਨੇ ਵੀ ਗੁਰਦੁਆਰੇ ਸਾਹਿਬਾਨ, ਖਾਸ ਕਰ ਸਿੰਘ ਸਭਾਵਾਂ ਨੇ, ਉਹਨਾਂ ਵਿਖੇ 13 ਆਸਾ ਵੈਲਫੇਅਰ ਟਰਸਟ ਵੱਲੋਂ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਪਾਵਨ ਆਮਦ ਦਿਹਾੜੇ, ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ 3 ਰੋਜ਼ਾ ਸਮਾਗਮ ਕਰਾਏ ਜਾਂਦੇ ਨੇ। ਸਤਿਗੁਰੂ ਜੀ ਦੀ ਅਪਾਰ ਰਹਿਮਤ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਬਰਕਤ ਹੈ ਕਿ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਦਾਸ ਇਸ ਸਮਾਗਮ ਦੇ ਵਿੱਚ ਆਪ ਸੰਗਤਾਂ ਦੀ ਸੇਵਾ ਦੇ ਵਿੱਚ ਹਾਜ਼ਰੀ ਭਰ ਰਹੇ ਹਨ। ਲਗਾਤਾਰ ਇਹ ਤੀਜੀ ਚੌਥੀ ਵਾਰ ਆਪ ਸੰਗਤਾਂ ਦੇ ਚਰਨ ਪਰਸਨ ਦਾ ਮੌਕਾ ਤੇ ਭਗਤ ਨਾਮਦੇਵ ਜੀ ਦੇ ਜੀਵਨ, ਉਹਨਾਂ ਦੀਆਂ ਰਚਨਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਾਈ ਗੁਰਦਾਸ ਜੀ ਦੀਆਂ ਲਿਖਤਾਂ ਵਿੱਚ ਭਗਤ ਨਾਮਦੇਵ ਜੀ ਦੇ ਜੀਵਨ ਦੇ ਵਿੱਚ ਵਰਤੀਆਂ ਗਈਆਂ ਰਹਿਮਤਾਂ, ਪ੍ਰਭੂ ਦੀਆਂ, ਪਾਰਬ੍ਰਹਮ ਪਰਮੇਸ਼ਵਰ ਦੀਆਂ ਅਸੀਮ ਵਡਿਆਈਆਂ ਦੀ ਐਸੀ ਝਲਕ, ਜਿਹਨੂੰ ਕਈ ਰੂਪਾਂ ਦੇ ਵਿੱਚ ਨਾ ਸਿਰਫ ਭਗਤ ਜੀ ਨੇ ਆਪ ਉਚਾਰਿਆ, ਬਲਕਿ ਜਿਵੇਂ ਅਸੀਂ ਡੰਡੌਤ ਦੇ ਵਿੱਚ ਗੁਰੂ ਰਾਮਦਾਸ ਜੀ ਦਾ ਬਚਨ ਪੜ੍ਹਿਆ, ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਉ ਮੁਖ ਲਾਇਆ। ਕਿ ਗੁਰੂ ਸਾਹਿਬਾਨਾਂ ਨੇ ਵੀ ਉਹਨਾਂ ਭਗਤਾਂ ਦੀ ਸ਼ੋਭਾ ਕੀਤੀ। ਗੁਰੂ ਰਾਮਦਾਸ ਜੀ ਦਾ ਬਚਨ ਇਹ ਪੜ੍ਹਦੇ ਹਾਂ, ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਮਹੱਲਾ 5ਵਾਂ, ਗੋਬਿੰਦ 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 ਸੰਗ, ਨਾਮ ਦਿਉ ਮਨ ਲੀਨਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀ ਨਾ। ਇਹ ਸਾਰੀਆਂ ਬਖਸ਼ਿਸ਼ਾਂ ਔਰ ਹਰ ਸਾਲ ਆਪ ਸੰਗਤਾਂ ਦੇ ਔਰ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਦਾ ਹੈ, ਤੇ ਬਹੁਤ ਵੱਡੀ ਤੇ ਭਾਰੀ ਜ਼ਿੰਮੇਵਾਰੀ ਦਾਸ ਨੂੰ ਇਹ ਹੁੰਦੀ ਹੈ ਕਿ ਹਰ ਵਾਰ ਭਗਤ ਨਾਮਦੇਵ ਜੀ ਦੇ ਜੀਵਨ ਦੇ ਵਿੱਚੋਂ, ਉਹਨਾਂ ਦੀਆਂ ਸਿੱਖਿਆਵਾਂ ਤੇ 18 ਰਾਗਾਂ ਦੇ ਵਿੱਚ 61 ਸ਼ਬਦਾਂ ਦੇ ਵਿੱਚੋਂ ਮਾਣਕ ਮੋਤੀ ਆਪ ਸੰਗਤਾਂ ਦੇ ਸਨਮੁਖ ਰੱਖੇ ਜਾਣ। ਉਸੀ ਲੜੀ ਦੇ ਵਿੱਚ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ 75ਵੇਂ ਜਨਮ ਦਿਹਾੜੇ
ਭਗਤ ਨਾਮਦੇਵ ਜੀ ਦੇ ਇਸ 3 ਰੋਜ਼ਾ ਗੁਰਮਤਿ ਸਮਾਗਮ ਦੇ ਵਿੱਚ ਆਪ ਸੰਗਤਾਂ ਦੀਆਂ ਅਸੀਸਾਂ ਲੈਣ ਵਾਸਤੇ ਦਾਸ ਹਾਜ਼ਰ ਹੈ। ਆਪ ਬਖਸ਼ੋ ਅਸੀਸ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਵਿੱਚ ਵਰਤਣ, ਗੁਰੂ ਨਾਨਕ ਸਾਹਿਬ ਆਪ ਰਹਿਮਤ ਕਰਨ, ਆਪ ਸੰਗਤ ਅਸੀਸ ਬਖਸ਼ਦੇ ਹੋਏ ਵਿਚਾਰਾਂ ਕਰਾਓ। ਗੱਜ ਕੇ ਗੁਰੂ ਬਖਸ਼ੀ ਫਤਿਹ ਸਾਰੇ ਹੀ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਨਾਮਦੇਵ ਜੀ ਦੇ ਅਸੀਂ ਸਾਰੇ ਹੀ ਜੀਵਨ ਨੂੰ ਤੇ ਉਹਨਾਂ ਦੀਆਂ ਰਚਨਾਵਾਂ ਨੂੰ 2 ਹਿੱਸਿਆਂ ਦੇ ਵਿੱਚ ਵੰਡ ਕੇ ਕਥਾ ਕਰਨ ਦਾ ਇਹ ਖਿਆਲ ਕੀਤਾ ਹੈ, ਕਿਉਂਕਿ 2 ਰੋਜ਼ਾ ਸਮਾਗਮ ਇਸ ਪਾਵਨ ਸਥਾਨ ਤੇ ਅਸੀਂ ਲੋਕ, ਕਿਉਂਕਿ ਆਪ ਸਾਰੇ ਇਸ ਪਾਵਨ ਸਥਾਨ ਤੇ ਹਾਜ਼ਰੀਆਂ ਭਰ ਰਹੇ ਹੋ, ਘਰ ਬੈਠੇ ਦੇਸ਼ਾਂ ਵਿਦੇਸ਼ਾਂ ਵਿੱਚ ਮੀਡੀਆ ਰਾਹੀਂ ਸੰਗਤਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੀ ਬਲਾਕ ਹਰੀਨਗਰ ਤੋਂ ਇਸ ਸਮਾਗਮਾਂ ਦੇ ਦਰਸ਼ਨ ਕਰ ਰਹੇ ਨੇ। ਅੱਜ ਦੇ ਦਿਨ ਅਸੀਂ ਭਗਤ ਨਾਮਦੇਵ ਜੀ ਦਾ ਜੀਵਨ, ਉਹਨਾਂ ਦਾ ਪਿਛੋਕੜ ਤੇ ਕਿਸ ਰੂਪ ਦੇ ਵਿੱਚ ਸਰਗੁਣ ਭਗਤੀ ਤੋਂ ਨਿਰਗੁਣ ਭਗਤੀ ਦੇ ਵਿੱਚ ਉਹਨਾਂ ਦੇ ਜੀਵਨ 'ਚ ਤਬਦੀਲੀ ਆਈ, ਇਹਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ। ਕਿਉਂਕਿ ਵੀਠੁਲ ਭਗਤ ਨਾਮਦੇਵ ਜੀ ਨੇ ਸੈਂਕੜੇ ਵਾਰੀ ਵਰਤਿਆ ਬਾਣੀ ਦੇ ਵਿੱਚ, ਤੇ ਉੱਥੋਂ ਇਹ ਭੁਲੇਖਾ ਹੁੰਦਾ ਹੈ ਕਿ ਸ਼ਾਇਦ ਨਾਮਦੇਵ ਜੀ ਸਰਗੁਣ ਭਗਤੀ ਕਰਨ ਵਾਲਿਆਂ ਦੀ ਲੜੀ ਵਿੱਚ ਨੇ। ਪਰ ਸੱਚ ਇਹ ਹੈ ਕਿ ਜਦ ਬਾਣੀ ਦੀ ਗਵਾਹੀ ਅਸੀਂ ਧਿਆਨ ਨਾਲ ਵਾਚਾਂਗੇ ਤੇ ਬਾਣੀ ਹੀ ਗਵਾਹੀ ਭਰਦੀ ਹੈ ਕਿ ਭਗਤ ਨਾਮਦੇਵ ਜੀ ਨਿਰਗੁਣ ਭਗਤ ਨੇ। ਆਓ ਜੀ ਪਹਿਲਾਂ ਅੱਜ ਦਾ ਦਿਨ ਅਸੀਂ ਸਾਰਾ ਭਗਤ ਨਾਮਦੇਵ ਜੀ ਦੇ ਜੀਵਨ ਨੂੰ, ਉਹਨਾਂ ਦੇ ਪਿਛੋਕੜ ਨੂੰ ਸਮਰਪਿਤ ਕਰਕੇ ਅੱਜ ਸਾਰਾ ਜੋ ਇਤਿਹਾਸਕਾਰਾਂ ਦੇ ਵਿੱਚੋਂ ਭਾਵੇਂ ਭਾਈ ਕਾਨ ਸਿੰਘ ਨਾਭਾ, ਡਾਕਟਰ ਗੰਡਾ ਸਿੰਘ, ਜੋਧ ਸਿੰਘ, ਇਸ ਤੋਂ ਅਲੱਗਾ ਬੜੇ ਸਾਰੇ ਨਵੀਨ ਇਤਿਹਾਸਕਾਰ ਜਿਨ੍ਹਾਂ ਨੇ ਕਿਤਾਬਾਂ ਲਿਖ ਕੇ, ਪਰਉਪਕਾਰ ਸਿੰਘ ਸੋਢੀ ਦੀ ਕਿਤਾਬ ਹੈ, ਇਸ ਤੋਂ ਅਲੱਗਾ ਹੋਰ ਕਿੰਨੀਆਂ ਕਿਤਾਬਾਂ ਨੇ। ਸ਼ਰਨਦੀਪ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਬਲੀਕੇਸ਼ਨ ਵਿੱਚੋਂ ਭਗਤ ਨਾਮਦੇਵ ਜੀ ਦੇ ਜੀਵਨ ਤੇ ਰਚਨਾ ਤੇ ਕਿਤਾਬਾਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਛਪੀਆਂ ਹੋਈਆਂ ਕਿਤਾਬਾਂ ਜੋ ਭਗਤ ਨਾਮਦੇਵ ਜੀ ਦੇ ਬਾਬਤ ਸਮਾਚਾਰ ਨੇ। ਅੱਜ ਅਸੀਂ ਜੀਵਨ ਤੇ ਕੱਲ ਖਾਸ ਕਰਕੇ 18 ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ 18 ਰਾਗ ਦੇ 61 ਸ਼ਬਦ ਭਗਤ ਨਾਮਦੇਵ ਜੀ ਦੇ ਉਚਾਰਨ ਕੀਤੇ ਹੋਏ, ਉਹਨਾਂ 61 ਸ਼ਬਦਾਂ ਦੇ ਵਿੱਚੋਂ ਭਗਤ ਨਾਮਦੇਵ ਜੀ ਦੇ ਜੀਵਨ ਤੇ ਸਾਡੀ ਕੁੱਲ ਕਾਇਨਾਤ, ਕੁੱਲ ਧਰਤੀ ਨੂੰ ਜੋ ਉਪਦੇਸ਼ ਉਹਨਾਂ ਸ਼ਬਦਾਂ ਵਿੱਚੋਂ ਦ੍ਰਿੜ ਕਰਾਇਆ, ਉਹਦੀ ਵਿਚਾਰ ਕਰਾਂਗੇ। ਭਗਤ ਨਾਮਦੇਵ ਜੀ ਦੀ ਜਿਹੜੀ ਆਮਦ ਦਾ ਸਮਾਂ ਤਕਰੀਬਨ ਸਾਰੇ ਵਿਦਵਾਨ ਲਿਖਦੇ ਨੇ, ਉਹ 1270 ਈਸਵੀ ਲਿਖਦੇ ਨੇ। 1270 ਈਸਵੀ ਤੇ ਇਤਿਹਾਸਕਾਰ ਜਿੰਨੇ ਵੀ ਜਿਨ੍ਹਾਂ ਨੇ ਗਵਾਹੀ ਭਰੀ ਹੈ, ਡਾਕਟਰ ਸਰਬਜਿੰਦਰ ਸਿੰਘ ਵਰਗੇ ਵੀ 24 ਸਤੰਬਰ 1270 ਭਗਤ ਨਾਮਦੇਵ ਜੀ ਦੀ ਆਮਦ ਦਾ ਸਮਾਂ ਮੰਨਦੇ। 1270 ਤੋਂ ਲੈ ਕੇ ਤਕਰੀਬਨ ਭਗਤ ਨਾਮਦੇਵ ਜੀ ਦਾ ਸਮਾਂ 1320-50 ਈਸਵੀ ਤੱਕ ਇਤਿਹਾਸਕਾਰਾਂ ਨੇ ਮੰਨਿਆ। ਇਹਦੀ ਵੀ ਅਸੀਂ ਲੜੀ ਜਿਹੜੀ ਆ ਉਹ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਭਗਤ ਨਾਮਦੇਵ ਜੀ ਦੀ ਆਮਦ ਸਿੱਪੀ ਕੁਲ ਦੇ ਵਿੱਚ ਹੈ। ਜਿਸ ਕੁਲ ਦੇ ਵਿੱਚ ਉਹਨਾਂ ਦੀ ਆਮਦ ਹੋਈ ਹੈ ਸਿੱਪੀ ਹੈ, ਔਰ ਜਿਸ ਸਮੇਂ ਉਹਨਾਂ ਦੀ ਆਮਦ ਹੋਈ ਹੈ 1270 ਵਿੱਚ, ਉਸ ਸਮੇਂ ਜਿਹੜੀ ਦੱਖਣ ਭਾਰਤ ਦੀ ਹਾਲਤ ਸੀ ਨਾ, ਕਿਉਂਕਿ ਦੱਖਣ ਭਾਰਤ ਮਹਾਰਾਸ਼ਟਰ ਦੀ ਧਰਤੀ ਅਸੀਂ ਜੇ ਮੰਨ ਲਈਏ, ਮਹਾਰਾਸ਼ਟਰ ਦੀ ਧਰਤੀ ਦੇ ਵਿੱਚ ਉਹਨਾਂ ਦੀ ਆਮਦ ਹੋਈ 1270 ਦੇ ਵਿੱਚ, ਤੇ ਉਸ ਸਮੇਂ ਮੁਗਲ ਸਲਤਨਤ ਦਾ ਇਸ ਧਰਤੀ ਦੇ ਉੱਤੇ ਬੋਲਬਾਲਾ ਬਹੁਤ ਹੋ ਗਿਆ ਸੀ। ਮੁਗਲ ਸਲਤਨਤ ਵਿੱਚੋਂ ਤੁਗਲਕ, ਮੁਹੰਮਦ ਬਿਨ ਤੁਗਲਕ ਦਾ ਜ਼ਿਕਰ ਮਿਲਦਾ ਹੈ, ਔਰ ਦਿੱਲੀ ਦੀ ਧਰਤੀ ਤੇ ਹੀ ਭਗਤ ਨਾਮਦੇਵ ਜੀ ਤੇ ਮੁਹੰਮਦ ਬਿਨ ਤੁਗਲਕ ਦੀ ਆਪਸੀ ਜਿਹੜੀ ਡਾਇਲੋਗ, ਆਪਸੀ ਜਿਹੜੀ ਗੱਲਬਾਤ ਹੈ, ਉਹਦਾ ਜ਼ਿਕਰ ਵੀ ਮਿਲਦਾ ਹੈ। ਜਿਹੜਾ ਅਸੀਂ ਕੁਤੁਬਦੀਨ, ਆ ਜਿਹੜਾ ਕੁਤੁਬ ਮੀਨਾਰ ਦੇਖਦੇ ਹਾਂ, ਕਈ ਇਤਿਹਾਸਕਾਰ ਇਹ ਵੀ ਮੰਨਦੇ ਆ ਕਿ ਦਿੱਲੀ ਕੁਤੁਬ ਮੀਨਾਰ ਦੇ ਲਾਗੇ ਜਿਹੜਾ ਮੁਹੰਮਦ ਬਿਨ ਤੁਗਲਕ ਹੈ, ਉਹਦੇ ਨਾਲ ਭਗਤ ਨਾਮਦੇਵ ਜੀ ਦੀ ਗੱਲਬਾਤ ਹੋਈ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਭਗਤ ਨਾਮਦੇਵ ਜੀ ਨੇ ਉਸ ਸਮੇਂ ਦੇ ਸ਼ਾਸਕ ਨੂੰ ਵੀ ਰਾਜ ਕਿਸ ਤਰ੍ਹਾਂ ਕਰਨਾ ਹੈ, ਲੁਕਾਈ ਦੀ ਸੇਵਾ ਕਿਸ ਤਰ੍ਹਾਂ ਕਰਨੀ ਹੈ, ਤੇ ਵਧੀਕੀ ਕਰਨ ਦੀ ਵੀ ਤਾੜਨਾ ਕੀਤੀ ਹੈ। ਭਾਵੇਂ
ਭਗਤ ਨਾਮਦੇਵ ਜੀ ਨੂੰ ਮੌਤ ਦਾ ਡਰਾਵਾ ਵੀ ਦਿੱਤਾ ਗਿਆ। ਇਹ ਆਖਿਆ ਗਿਆ ਕਿ ਰਾਮ ਛੱਡ ਕੇ ਤੂੰ ਖੁਦਾ ਬੋਲ, ਪਰ ਭਗਤ ਨਾਮਦੇਵ ਜੀ ਨੇ ਪਰਵਾਹ ਨਹੀਂ ਕੀਤੀ। ਖੈਰ ਉਸ ਸਮੇਂ ਵੱਲ ਆਈਏ 1270 ਦੇ, ਜਦ ਇਸ ਧਰਤੀ ਦੇ ਉੱਤੇ ਮੁਗਲ ਸਲਤਨਤ ਦਾ ਬੋਲਬਾਲਾ ਹੈ। ਇੱਕ ਪਾਸੇ ਜਿੰਨੀ ਮੁਗਲ ਸਲਤਨਤ ਹੈ ਉਹ ਇਸ ਧਰਤੀ ਦੇ ਹਿੰਦੂਆਂ ਦੇ ਉੱਤੇ ਵਧੀਕੀ ਕਰ ਰਹੀ ਹੈ ਤੇ ਧੱਕੇ ਨਾਲ ਉਹਨਾਂ ਨੂੰ ਮੁਸਲਮਾਨ ਬਣਾ ਰਹੀ ਹੈ। ਤੇ ਦੂਸਰੀ ਮਾਰ ਜਿਹੜੀ ਇਸ ਧਰਤੀ ਦੇ ਵਿੱਚੋਂ ਹੈ, ਕਿਉਂਕਿ ਮੁਗਲ ਤੇ ਉੱਠ ਕੇ ਬਾਹਰੋਂ ਆਏ ਨੇ, ਜਿਹੜੇ ਬਾਹਰੋਂ ਆ ਕੇ ਇੱਥੇ ਵਧੀਕੀ ਕਰ ਰਹੇ ਨੇ, ਪਰ ਜਿਹੜੀ ਇਸ ਧਰਤੀ ਦੀ ਮਾਰ ਹੈ ਉਹ ਇਹ ਹੈ ਕਿ ਇਸ ਧਰਤੀ ਦੇ ਉੱਤੇ ਜਿਹੜਾ ਵਿਪਰਵਾਦ ਹੈ, ਜਿਹੜਾ ਬ੍ਰਾਹਮਣਵਾਦ ਹੈ, ਉਹ ਵੀ ਉੱਚ ਜਾਤੀ ਦੇ ਬ੍ਰਾਹਮਣ ਨੀਵੀਂ ਜਾਤੀ ਦੇ ਹਿੰਦੂਆਂ ਦੇ ਉੱਤੇ ਵਧੀਕੀ ਕਰ ਰਹੇ ਨੇ। ਸੋ ਇਹ ਸਮਝ ਲਈਏ ਕਿ ਭਗਤ ਨਾਮਦੇਵ ਜੀ ਦੀ ਆਮਦ ਉਸ ਦੌਰ ਵਿੱਚ ਹੋਈ ਹੈ ਜਿੱਥੇ ਸਮਾਜ ਦੇ ਉੱਤੇ ਦੋਹਰੀ ਮਾਰ ਪੈ ਰਹੀ ਹੈ। ਪਹਿਲੀ ਮਾਰ ਪੈ ਰਹੀ ਹੈ ਮੁਗਲ ਸਲਤਨਤ ਦੀ, ਜਿਹੜੇ ਭੋਲੇ ਭਾਲੇ ਹਿੰਦੂਆਂ ਨੂੰ ਵਧੀਕੀ ਕਰਕੇ ਮੁਸਲਮਾਨ ਧਰਮ ਅਪਣਾਉਣ ਵਾਸਤੇ ਧੱਕਾ ਕਰ ਰਹੇ ਨੇ, ਤੇ ਦੂਸਰਾ ਇਸੀ ਧਰਤੀ ਦੇ ਉੱਤੇ ਬ੍ਰਾਹਮਣਵਾਦ ਦਾ ਜਿਹੜਾ ਜ਼ੋਰ ਹੈ, ਇਸੀ ਧਰਤੀ ਦੇ ਉੱਤੇ ਜਿਹੜਾ ਜ਼ੋਰ ਹੈ ਵਿਪਰਵਾਦ ਦਾ, ਤੇ ਉਹ ਸੋ ਕਾਲਡ ਜਿਹੜੀ ਨੀਵੀਆਂ ਜ਼ਾਤਾਂ ਨੇ, ਦਲਿਤ ਜ਼ਾਤਾਂ ਨੇ, ਉਹਨਾਂ ਦੇ ਉੱਤੇ ਧੱਕਾ ਕਰ ਰਹੇ ਨੇ। 4 ਜ਼ਾਤਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਤੇ ਮਹਾਰਾਜ ਜੀ ਦਾ ਇਹ ਬਚਨ ਹੈ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਣਾ ਕਹੋ ਸਾਂਝਾ। ਇੱਥੋਂ ਤੱਕ ਜਦ ਗੁਰੂ ਅਰਜਨ ਸਾਹਿਬ ਜੀ ਨੇ ਗੱਲ ਕੀਤੀ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਏ, ਕੋਈ ਨਾਵੈ ਤੀਰਥ, ਕੋਈ ਹਜ ਜਾਏ, ਕੋਈ ਕਰੈ ਪੂਜਾ, ਕੋਈ ਸਿਰ ਨਿਵਾਏ, ਕੋਈ ਪੜੈ ਵੇਦ, ਕੋਈ ਕਤੇਬ, ਕੋਈ ਓੜੈ ਨੀਲ, ਕੋਈ ਸਫੇਦ। ਇਹ ਸਾਰਾ ਕੁਝ ਗੁਰੂ ਸਾਹਿਬ ਨੇ ਇੱਕ ਸ਼ਬਦ ਦੇ ਵਿੱਚ ਆਪਣੇ ਇਸ ਬਚਨਾਂ ਦੇ ਕਲਾਵੇ ਵਿੱਚ ਲਿਆ। ਇਹ ਵੀ ਆਖਿਆ ਕਿ ਕੋਈ ਇਸ ਸੰਸਾਰ ਦੇ ਵਿੱਚ ਸਵਰਗ ਦੀ ਇੱਛਾ ਰੱਖਦਾ ਹੈ ਤੇ ਕੋਈ ਬਹਿਸ਼ਤ ਦੇ ਸੁਪਨੇ ਲੈਂਦਾ। ਬਹਿਸ਼ਤ ਵੀ ਸਵਰਗ ਨੂੰ ਕਿਹਾ, ਕੋਈ ਬੰਛ ਹੈ ਬਹਿਸ਼ਤ, ਕੋਈ ਸਰਗਿੰਦੂ, ਪਰ ਮੁਕਦੀ ਗੱਲ ਹੈ ਕਹੋ ਨਾਨਕ, ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਤ ਜਾਤਾ। ਪਹਿਲਾ ਜਨਮ ਦੇਖੀਏ ਤੇ ਜਨਮ ਤੋਂ ਪਹਿਲਾਂ ਇਸ ਧਰਤੀ ਦੀ ਜਿਹੜੀ ਇਕਨੋਮਿਕਲ, ਸੋਸ਼ਲ, ਪੋਲੀਟੀਕਲ ਕੰਡੀਸ਼ਨਸ ਨੇ, ਉਹਦਾ ਵੀ ਅਸੀਂ ਆਪਣੇ ਸੁਰਤੀ ਦੇ ਅੰਦਰ ਇੱਕ ਚਿੱਤਰ ਬਣਾਈਏ। ਕਿਉਂਕਿ ਭਗਤ ਨਾਮਦੇਵ ਜੀ ਦਾ ਜੀਵਨ ਐਸਾ ਹੈ, ਸਮਝੋ ਕਿ ਕੈਨਵਸ ਹੈ, ਤੇ ਭਗਤ ਨਾਮਦੇਵ ਜੀ ਦੇ ਸ਼ਬਦ ਉਸ ਕੈਨਵਸ ਉੱਤੇ ਸਾਡੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਦੀ ਪੂਰੀ ਅਕਾਲ ਮੂਰਤ ਨੂੰ ਤਿਆਰ ਕਰਨਗੇ। ਇਹ ਹੈ ਉਹਨਾਂ ਦੇ 61 ਸ਼ਬਦਾਂ ਦੀ ਲੜੀ ਕਿ ਕੈਨਵਸ ਦੇ ਉੱਤੇ ਭਗਤ ਨਾਮਦੇਵ ਜੀ ਆਪ ਹੀ ਆਪਣੀ ਅਗਮੀ ਬਾਣੀ ਰੂਪ ਦੇ ਵਿੱਚ ਸਾਡੇ ਅੰਦਰ ਅਕਾਲ ਮੂਰਤ ਦੀ ਸਿਰਜਣਾ ਕਰ ਦੇਗੀ। ਭਗਤ ਨਾਮਦੇਵ ਜੀ ਦੀ ਆਮਦ 1270 ਹੈ। ਦੋਹਰੀ ਮਾਰ ਹੈ, ਮੁਗਲ ਸਲਤਨਤ ਦੀ ਵੱਖਰੀ ਮਾਰ ਹੈ ਤੇ ਵਿਪਰਵਾਦ ਦੀ ਵੱਖਰੀ ਮਾਰ ਹੈ। ਤੇ ਭਗਤ ਨਾਮਦੇਵ ਜੀ ਦੇ ਜਿਹੜੇ ਪਰਿਵਾਰ ਤੇ ਜਿਹੜਾ ਕਬੀਲਾ ਹੈ, ਉਹਨੂੰ ਵੀ ਇਸ ਮਾਰ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉਹਨਾਂ ਦਾ ਜਨਮ ਛੀਂਬੇ ਪਰਿਵਾਰ ਵਿੱਚੋਂ ਹੋਇਆ। ਛੀਂਬੇ ਦਾ ਮਤਲਬ ਹੈ ਦਰਜੀ ਪਰਿਵਾਰ, ਤੇ ਛੀਂਬਾ ਲਫ਼ਜ਼ ਆਇਆ ਛੀਪੇ ਤੋਂ, ਜਿਹਨੂੰ ਭਗਤ ਨਾਮਦੇਵ ਜੀ ਨੇ ਇਹ ਲਫ਼ਜ਼ ਛੀਪਾ ਵਰਤਿਆ। ਛੀਪਾ ਕਹਿੰਦੇ ਆ ਕਿ ਉਹ ਜ਼ਾਤ, ਉਹ ਕੁਲ ਤੇ ਉਹ ਕਬੀਲਾ ਜਿਹੜਾ ਕੱਪੜੇ ਨੂੰ ਸੀਪਣ ਦਾ, ਕੱਪੜੇ ਨੂੰ ਧੋਵਣ ਦਾ, ਕੱਪੜੇ ਨੂੰ ਸੁਕਾਉਣ ਦਾ, ਕੱਪੜੇ ਨੂੰ ਬਣਾਉਣ ਦਾ, ਤੇ ਕੱਪੜੇ ਨੂੰ ਰੰਗ ਕੇ ਰੰਗੀਚ ਕੇ ਉਹਦੇ ਉੱਤੇ ਛਾਪੇ ਲਾਉਣ ਦਾ ਕੰਮ ਕਰਦੇ ਨੇ। ਇਹ ਵੱਖ-ਵੱਖ ਖਿੱਤੇ ਨੇ, ਪਰ ਇਹ ਸਾਰਾ ਕਬੀਲਾ ਇਹੀ ਖਿੱਤੇ ਦੇ ਵਿੱਚ ਲੱਗਿਆ ਹੋਇਆ ਹੈ। ਤੇ ਭਗਤ ਨਾਮਦੇਵ ਜੀ ਦੇ ਜਿਹੜੇ ਵੱਡੇ ਪੁਰਖਿਆਂ ਦਾ ਖਿੱਤਾ ਸੀ, ਉਹ ਕੱਪੜੇ ਨੂੰ ਰੰਗੀਚਣ ਦਾ ਸੀ, ਰੰਗ ਕੇ ਤੇ ਉਸ ਕੱਪੜੇ ਦੇ ਉੱਤੇ ਲੱਕੜ ਦੇ ਤਖਤਿਆਂ ਤੋਂ ਛਾਪੇ ਲਾਉਣ ਦਾ ਸੀ। ਇਸ ਕਰਕੇ ਛਾਪੇ ਲਾਉਣ ਵਾਲਿਆਂ ਨੂੰ ਉਸ ਸਮੇਂ ਛੀਪਾ ਆਖਿਆ ਜਾਂਦਾ ਸੀ। ਇਹ ਲਫ਼ਜ਼ ਛਾਪੇ ਤੋਂ ਛੀਪਾ ਬਣਿਆ, ਛੀਪੇ ਤੋਂ ਛੀਂਬਾ ਬਣਿਆ। ਸੋ ਸੋ ਕਾਲਡ ਉਸ ਸਮੇਂ ਦੀ ਸੋ ਕਾਲਡ ਦਲਿਤ ਜਾਤੀ, ਭਾਵ ਨੀਵੀਂ ਜਾਤੀ ਦੇ ਵਿੱਚ ਭਗਤ ਨਾਮਦੇਵ ਜੀ ਨੂੰ ਰੱਖਿਆ ਗਿਆ। ਭਗਤ ਨਾਮਦੇਵ ਜੀ ਦੀ ਜਿਹੜੀ ਆਮਦ ਹੋਈ ਹੈ, ਉਹ ਸਤਿਕਾਰਯੋਗ ਪਿਤਾ ਦਾਮ ਸੇਠ, ਤੇ ਸਾਰੇ ਇਤਿਹਾਸਕਾਰ ਜਿਹੜਾ ਨਾਮ ਲਿਖਦੇ ਨੇ ਦਾਮ ਸੇਟੂ, ਕਿਉਂਕਿ ਮਰਾਠੀ ਹੈ, ਮਹਾਰਾਸ਼ਟਰੀ ਹੈ। ਸੇਠ ਲਫ਼ਜ਼ ਉੱਥੇ ਬੜਾ ਆਮ ਪ੍ਰਚਲਿਤ ਹੈ। ਅੱਜ ਵੀ ਵੱਡੇ ਬੰਦੇ ਨੂੰ ਸੇਠ ਆਖਿਆ ਜਾਂਦਾ ਹੈ, ਉਸ ਭਾਸ਼ਾ ਦੇ ਵਿੱਚ ਆਮ ਹੀ ਸੇਠ ਆਖਿਆ ਜਾਂਦਾ ਹੈ। ਤੇ ਕਈ ਵਿਦਵਾਨ ਇਹ ਵੀ ਕਹਿੰਦੇ ਆ ਕਿ ਇਹ ਸੇਠ ਦੇ ਵਿੱਚੋਂ ਹੀ ਸੇਠ ਜਾਂ ਸੇਟੂ ਲਫ਼ਜ਼ ਪ੍ਰਚਲਿਤ ਹੋਇਆ। ਪਿਤਾ ਦਾ ਨਾਮ ਦਾਮ ਸੇਟੂ ਹੈ, ਮਾਤਾ ਜੀ ਗੂਨਾ ਬਾਈ ਹੈ, ਗੋਨਣੀ ਬਾਈ ਵੀ ਉਹਨਾਂ ਨੂੰ ਆਖਿਆ। ਬਾਈ ਲਫ਼ਜ਼ ਔਰਤ ਨੂੰ ਸਤਿਕਾਰਯੋਗ ਦੇ ਵਿੱਚ ਵੱਡੀ ਨੂੰ ਬਾਈ ਆਖ ਕੇ ਸਤਿਕਾਰ ਦਿੱਤਾ ਜਾਂਦਾ ਹੈ। ਪਿਤਾ ਦਾ ਨਾਮ ਦਾਮ ਸੇਟੂ ਹੈ ਤੇ ਮਾਤਾ ਜੀ ਦਾ ਨਾਮ ਗੂਨਾ ਬਾਈ ਹੈ। ਤੇ ਇਹਨਾਂ ਦੀ ਆਮਦ ਪਹਿਲਾਂ ਇਹ ਹੈਦਰਾਬਾਦ ਦਾ ਕਸਬਾ ਸੀ,
पर हुण ये महाराष्ट्र का ही कस्बा है, इनू महाराष्ट्र दे विच पाता गया। इस जगह का नाम है नरसी बामणी, जिथे भगत नामदेव जी का जन्म होया। सो ये अज दे दिन घट्टो घट 3 गल्लां, क्योंकि वो भगत धन ने गुरु ग्रंथ साहब जी की बाणी कहती है, जिस भगत के हिरदे विच प्रभु की भगती आई है, प्रभु का नाम आया। जे बहुता दूर ना जाइए तो गुरु नानक साहब का एक शब्द पढ़िए तो भगत नामदेव जी नूं सजदा करिए। भाओ तेरा भांग खलड़ी मेरा चीत, मैं दीवाना भया अतीत कर कासा दर्शन की भूख, मैं दर मांगो नीता नीत, तो दर्शन की करो समाए, मैं दर मांगत पीखिया पाए। गुरु नानक साहब 2 काम करन तुरे ने। एक सड़दी बलदी लुकाई नूं पृथ्वी नानक चंद जगत भयो आनंद, तारण मनुख जन कियो प्रगास। ये भट्ट साहबाना ने दस्या चंद्रमा की न्याई शीतलता की मूरत ने गुरु नानक साहब, ते इस धरती के सड़दे बलदे लोगों नूं सतगुरु गुरु नानक साहब प्रभु का उपदेश दे के तारण लई आए। कला ये कह देना कि असी ठंड पाउण लई, ठंड पाउण वाले तो इत्थे पहलां भी बहुत सन, पर गुरु नानक साहब ने कल्ली ठंड नहीं पाई। गुरु नानक साहब ने इस कुल धरती दे लुकाई दे लोकां नूं तारिया, जिदी गवाही भाई गुरदास जी दी। बाबा देखे ध्यान धर जलती सब पृथ्वी दिसे आई, बाजो गुरु गुबार है करती सुनी, ते है लुकाई क्यों कर दी सी। पापी कर्म कमावदे कर दे हाय हाय, ये हाय हाय सी। कादी कूड़ बोल मल खाए, ब्राह्मण नावै जियां घाए, जोगी जुगत ना जाने अंध तीने ओजाड़े का बंद। महाराज कहंदे हाय हाय सी। 3 ही इत्थे मुकम्मल रूप दे विच धर्मां दी बिरती दा बोलबाला सी। इस्लाम जगत उन्हें अपना राज कायम किया। हिंदू सनातन धर्म की इस धरती के उत्ते मुकम्मल जनसंख्या का पहला ही प्रचार ते प्रसार ते इत्थे टिकाणा सी, ते नाल जोग मत का बड़ा बोलबाला सी। ये तीनों अपने फर्जां तो मुनकर हो गए ते सारी लुकाई दे विच हाय हाय आई। वैसे माज की वार दे विच गुरु नानक साहब ने एक वचन उचारिया जिहड़ा इस धरती दे सच नूं प्रगट करदा है। महाराज जी का यह वचन है कि गुरु नानक साहब जी ने कहा कि इस धरती ते जिहड़ी हुकूमत है वो भी मुनकर हो गई है, इस धरती ते धर्म भी मुनकर हो गया, ते रहन वाले लोकी जिहड़े सुचेत होना जानते सी वो भी अपने फर्जां तो मुंह फेर गए ने। गुरु नानक साहब ते भाई गुरदास की वार कट्ठी रख के देखिए ना, फिर एक कोई अर्थ स्पष्ट होंगे। जो गुरु नानक साहब ने आख्या उसी लीक ते भाई गुरदास जी ने इस धरती के लोगों की हालत नूं दस्या। भाई गुरदास जी ने इस गल नूं इवें बयान किया कि समय दियां सरकारां इस तरह हो गईयां सन कि राजे पाप कमावदे उल्टी वाड़, खेत को खाई, प्रजा अंधी यान बिन, कूड़ कुसत मुखों अलाई, चेले बैठन घरां विच गुर उठ तिनाड़े जाई, चेले साज वजाउंदे नचण गुरु बहु विद भाई। इत्थों तक आख्या काजी होए रिश्वती, वड्डी लैके हक गवाई। स्त्री पुरखै दाम हित, भावें आए किथां जाई। पति ते पत्नी का रिश्ता सिर्फ पैसों ते टिकेगा। पत्नी कहेगी जाके जिधरों मर्जी पैसे लैके आ, भावें टठे खूह च जा, भावें किसी का कतल करते चोरी करके लिया, मैनू दमड़े चाहिए। ते पत्नी को पत्नी की तली ते पैसा रखा जाएगा। भाई गुरदास कहते पत्नी खर्चेगी, पति पूछेगा किथे खर्चा है, पत्नी कहेगी खबरदार जे तू मैनू पूछा मैं किथे खर्चा है। रिश्ता ही दाम दमड़ियां दे उत्ते होएगा। स्त्री पुरख है दाम हित, ते अगे दस्या भावें आए किथां जाई, ना तू लैके आ रहा मैं पूछांगी, ते ना तू मैनू पूछी मैं किथे खर्च करना है। ये सच है। वरतिया कूड़, एक कूड़ का पसारा है। इस कूड़ के पसारे नूं गुरु नानक साहब महाराज जी ने यह आख्या कि इस धरती के उत्ते कादी भी पिट गए, जोगी भी पिट गए, ते सच्ची मुची हिंदू धर्म के लोग भी पिट गए। इस गल नूं गुरु नानक साहब क्योंकि भाई गुरदास जी का जिक्र किया, जिहदे विच इस गल नूं भाई गुरदास जी ने बड़ा सोहना आख्या कि उल्टी वाड़ खेत को खाई, राजे पाप कमावदे दा जिक्र किया, ते इहदा सामना भी भगत नामदेव ने किया। मुगल सल्तनत का सामना भी किया, काजी होए रिश्वती, वड्डी लैके हक गवाई, इहदा सामना भी भगत नामदेव जी ने भी किया। ते दूसरा जिहड़ा जिक्र गुरु नानक साहब ने किया कि गुरु नानक साहब कहंदे
कि कादी कूड़ बोल मलखाए ब्राह्मण नहावै जियां घाए। जिहड़ा जियां दा ब्राह्मण कहंदा मैं वैष्णु हाँ, पर गुरु नानक साहब कहंदे तू अपने आप नूं वैष्णु कहाउंदा है, पर लहू तू अपनी जात दे लोकां दा पी रिहा। गऊ ब्राह्मण को कर लावो गोबर तरन ना जाई, धोती टिक्का तै जप माली धान मलेछां खाई। इसी गल नूं सतगुरु गुरु नानक साहब महाराज जी ने डंके दी चोट ते आख्या, ठोक वजा के आख्या। भगत नामदेव जी ने सारा कुछ अपने पिंडे ते अपनी मानसिकता ते हंडाया। गुना बाई दी कुखों जन्म होया उन्हां दा, दाम सेठू पिता जी दा नाम है। 1270 ईस्वी दा आमद दा समा है ते सिप्पी कुल उहदे विच आए ने। ते जिस कबीले दे विच भगत नामदेव जी दी आमद हुई है, उस कबीले दा नाम जिहड़ा सारे इतिहासकार ते सारे लिखारी लिटरेरी लिखते ने, उस कबीले का नाम है वारसई। ये वारसई कबीले दे विच रहन वाले जिन्ने भी ने, वो सारियां दा काम ही छींबे वाला भाव जां कपड़े दे सीपण दे नाल है, जां कपड़े नूं रंगीचण ते छापे लाउण दे नाल। पर कल्ले भगत नामदेव जी इस कबीले दे विच कल्ले संत भगत नहीं होए। भगत नामदेव जी दे नाल होर कई संतां दा जिक्र मिलदा है जिहड़े इस कबीलदारी दे विच होए ने। ज्ञानेश्वर वो भी इसी कबीले दे ने। इस तो अलहदा विशोभा खेचर, जिन्हां नूं असीं हुणे ही सिजदा करांगे जद सानू पता लगेगा वो कौन ने, वो भी इसी कबीले दे विचों ही ने। होर बहुत सारे ऐसे भगतां दा जिक्र मिलदा है जिहड़ा इस कबीले विचों ने। सो मुक्ति गल असीं इत्थों कीती है। महाराष्ट्र की धरती है, मराठी बोली है। भगत नामदेव जी की आमद उस धरती ते हुई जिस धरती का नाम नरसी बामणी। नरसी बामणी ग्रां का नाम है। जेड़ी कुल है उस कुल नूं सिप्पी कुल आख्या गया। ते जेड़ा कबीला है, कोई वार हुई आखदा है, कोई वार सही आखदा है। सो कुल मिला के भगत नामदेव जी का शुरू तो जिहड़ा सुभाव रहा है, वो सुभाव अपनी पिता पुरखी किरत दे विच नहीं रहा। शुरू तो बचपन तो ही भगत नामदेव जी रब की भगती करते हैं। और जिहड़ी उन्हां दी कबीले की मर्यादा है, वो मर्यादा यह है कि श्री कृष्ण जी का जाप करना और श्री कृष्ण जी के नाम नूं विठुल आखना। इहदा इतिहास भी मैं आप जी नूं दस देना। जिथे एक कबीला वसदा है, जिस कबीले की धरती नूं असीं नरसी बामणी आखदे हां, उस कबीले दे बिल्कुल उस पिंड दे सज्जे पासे एक नदी निकलदी है। उस नदी नूं बड़े सत्कार ते पावन बचनां दे नाल कृष्ण नदी आख्या जाता है। हुण विठुल क्यों आख्या गया इत्थे श्री कृष्ण जी नूं? वैसे विठुल लफ्ज आया विष्ठुल तो, इट तो। ये जिक्र किया गया कि जिस इट उत्ते श्री कृष्ण जी ने अपने पावन चरण रखे ने, ते उस इट तो ही इहदा विकास ते प्रगास होया। पर यह गल पूरी नहीं है। इस गल नूं कल असी जद भगत नामदेव जी के शब्दां दे दर्शन करांगे ना, बाणी दे, जिथे ईबै बीठुल उबै बीठुल बीठुल बिन संसार नहीं, ये दोनों अर्थ लवांगे। उस समय दे लोकां दे श्री कृष्ण जी दे उपासक होके विठुल की पूजा करनी, भावें विठुल नूं उस पत्थर नूं रब मन के, इष्ट मन के, अपनी सारी समर्था का मालिक मन के दुध पिलाउणा ते भोग लगाउणा, ये हो गई जी सरगुण भगती। पर इस सरगुण भगती की लीह तो उत्ते उठ के भगत नामदेव जी ने किवें ये कह दिता कि विठुल कली एक मूरत या पत्थर दे विच नहीं है, वो विठुल ते ईबै विठुल उबै विठुल अंदर भी है ते बाहर भी है। ते जिथे मैं वेखदा विठुल बिन संसार नहीं, किथे भी ऐसा थां नहीं है जिथे वो नहीं है। वो ते सारी थां है। वो ते पूर रहो तू सर्वमयी भी आख्या भगत नामदेव जी ने, ते सारे शंके दूर करते। इहदा जिक्र कल करांगे। भगत नामदेव जी जिस कबीले दे विच ने, इस कबीले विच एक संत होया जिहड़ा खड़तालां वजा के विठुल दी पूजा करदा है ते विठुल नूं भोग भी लाउंदा है। यही काम इन्हां दे पिता जी करदे ने, दाम सेठू जी, जिहड़े दुध पिलाउंदे ने।
कुल 4 साखियां दा मुढ़ली रूप दे विच 4 साखियां दा जिक्र असी करांगे जिहड़ा सबूत गुरु ग्रंथ साहिब जी दी बाणी देंदी है। पहली साखी है परथाए साखी महापुरख बोलदे सांझी सगल जहाने पाड़ पड़ोसन पूछ ले नामा का पहचान छवाई हो तो पै दुगनी मजूरी दहों मुको बेडी देह बताई हो। अपने घर की छन पूरन वाली साखी गुरु ग्रंथ साहिब जी की बाणी ते। दूसरी साखी का जिक्र भगत नामदेव जी के शब्दों की गवाही भरती है कि जब भगत नामदेव जी ने मरी गऊ जीदी की है। ये जड़ा जिक्र है समय के बादशाह के सामने है, पर उस सारे शब्द की विचार तो बिना इस गल नूं कह देना कि मरी गऊ जीवित करनी, ये समझो कि अधूरा सच एक झूठ तो भी खतरनाक होता है। गल अधूरी नहीं करांगे, सारी गल करांगे। जिथे पार ब्रह्म परमेश्वर ने भगत नामदेव नूं पुछया जे नामदेव जी तू आखें ते धरती अगोडी करदा मैं, आसमान थल्ले ते धरती उत्ते करदा मैं, ते जे आखे ते मरी गऊ भी जवा दा। ये सारियां गल्लां सारी चॉइस भगत नामदेव जी के सामने रखी। तीजी साखी का जिक्र मिलता है जब भगत नामदेव जी ने दूध पियो गोबिंदे राय नहीं ता घर को बाप रिसाए। ये तीजी साखी का जिक्र गुरु ग्रंथ साहिब जी की बाणी ते भाई गुरदास जी की वार विचों मिलता है। ते चौथी साखी परथाए साखी जिहड़ी मिलती है वो मिलती है हस्त खिलत तेरे देहुरे आया भगत करत नामा पकड़ उठाया हीनरी जात मेरी जादम राया छिपै कै जन्म काहे को आया ज्यों ज्यों नामा हर गुण उचरै। ये भी जिक्र लै कमली चलियो पलटाए देहुरे पाछै बैठा आए। ये एक नहीं एक तो वध शब्द ने जिथे भगत नामदेव जी वल्लों प्रभु दी ऐसी निर्गुण भगती का सिखर बयान किया है जिथे इस संसार इस धरती ते बनया होया देहुरा भी घुम गया। ज्यों ज्यों नामा हर गुण उचरै भगत जना को देहुरा फिरा। एक ये शब्द, एक शब्द होर दर्शन करांगे जिहदे विच मोको तू ना विसार तू ना विसार तू ना विसारे रामैया। इहदे विच भी ये गवाही है कि आलावंती ये भ्रम जो है इत्थों ये पता लगता है आलावंती भाव विपर अपने आप को वड्डे कहण वाले ब्राह्मण मेरे उत्ते टुट के पै गए। मैनू मारिया भी इन्होंने, कला ये नहीं कहा कि मेरे नाल वधीकी कीती जां मैनू चक के बाहर सुटिया। भगत नामदेव कहंदे मैनू मारिया। इथों इस समय अज जद असी बैठे हाँ इथों असी 1277 तक अपनी सुरत लैके जाइए कि जो भगत नामदेव जी ने नाल होया कि अज असी समाज दे विच किन्नी क तब्दीली लियाउण दा यतन कर रहे हैं। आलावंती ए भ्रम जो है मुझ ऊपर सब कोपिला सूद सूद कर मार उठायो। पकड़ लफ्ज नहीं आया कि पकड़ के सुटिया, नहीं मार के सुटिया। ਇਹਦਾ मतलब विपरवाद ने इन्ना जुल्म भी किया कि भगत नामदेव जी नूं कुटिया, भगत नामदेव जी नूं मारिया भी है कि तन उत्ते उन्हां दे वार भी किया। कहा करे बाप बीठुला, ये भी शब्द है। फेर दिया देहुरा नामे को पंडियन को पिछवारला लफ्ज भगत नामदेव जी ने आप वरत लिया। इस शब्द की भी विचार कल नूं करांगा। सिर्फ इशारा किया है। ये 4 साखियां भगत नामदेव जी दियां गुरु ग्रंथ साहिब जी की बाणियां दे विच गुरु ग्रंथ साहिब जी की बाणी विच गवाही भरती है जिन्हों कोई दब नहीं सकता, जिहदी आवाज़ कोई बंद नहीं कर सकता, जिहदे बारे कोई जिन्ना मर्जी जतन कर ले। इस गल नूं सच की बाणी नानक आखै सच सुनाए सी सच की बेल। आओ थोड़ी जी हुण सुरत भगत नामदेव जी के पिछोकड़ वल लैके जाइए, क्योंकि ये जिक्र करना जरूरी सी कि भगत नामदेव जी की ये निर्गुण भगती का ही सिलसिला सी जिस निर्गुण भगती की ताकत ने ऐसी रब रूपी भगत नामदेव ने कोई करामात नहीं की, बल्कि उन्हां दी पार ब्रह्म परमेश्वर की भगती ते इबादत का सिखर इन्ना उच्चा सी कि कुदरत नूं भगत नामदेव जी की भगती दे अगे अपना सुभाव बदलना पिया। ते भगत नामदेव की बाणी ये दसदी है कि कुदरत रब नहीं है। जद कोई भगत भगती का शिखर लैके आएगा तो रब के हुक्म दे विच कुदरत अपना सुभाव बदल लेगी। ये धरत अकोडी करो एक कुदरत के सुभाव नूं बदलण वाली गल है। धरती टेढ़ी करन दी गल जिहड़ी कीती है
ये कुदरत नूं बदलण वाला तो सुभाव है कि जी ये तो हो ही नहीं सकता। हाँ, जे रब चाहे फिर कुदरत भी रब अगे कुछ नहीं कर सकती। रब दे हुक्म अगे बाणी विचों असीं देख लईए, जल ते थल कर, थल ते कूआं, कूप ते मेर करावे, धरती ते आकाश चढ़ावे, चढ़े आकाश गिरावे। ये सच है पेखारी ते राज करावे, राजा को पेखारी। ये सच है और यही सच भगत नामदेव जी दे जीवन दा है। भगत नामदेव जी जद इस कबीले दे दो ऐसे अपने मित्र भगतां दी संगत करते हैं, एक ज्ञानेश्वर ते दूसरे नाम मत्तू। इहदी संगत करदियां करदियां भगत नामदेव जी भी खड़तालां बचा के ते बीठुल बीठुल एक तारा वजा के बीठुल बीठुल कहना शुरू कर देंगे। भगत नामदेव जी नूं उन्हां दा मित्र एक दिन पुछदा है, सारे सभा विच बैठे होए ते रब दी भगती करके कहंदे है कि सारियां दा मत्था टनक के वेखिए कि किदे अंदर सच्ची मुच्ची रब है ते किहड़ा अंदरों खोखला है। ते भगत नामदेव जी उत्थे मखौल बना के कहंदे, ज्ञानेश्वर कि ये शरीर है कोई मटका थोड़ी है जिहड़ा टनका के वेख्या जाए कि किहड़ा खाली ते किहड़ा भरा, एवें किवें पता लगेगा। ज्ञानेश्वर कहंदा, फिर नामदेव तेनू रब दी भगती दा हजे सच पता ही नहीं लग्या कि सच ये है जिन्हों भगत कबीर जी कहते, कहो कबीर छूछा घट बोलै, भरिया होए ना कबहू डोलै। छूछा मतलब खाली, घट दा मतलब भांडा। जिहड़ा हिरदा खाली है उन्हें खड़कना ही खड़कना है ते भरिया अडोल हो जाता है। इस गल नूं भगत नामदेव नहीं समझे ते मत्था टनकाउण लगे ते भगत नामदेव कहंदे ये की मखौल है। ते ज्ञानेश्वर कहंदा, जद सुआणी घरों मिट्टी दा भांडा घुमियार को लैण जांदी है ते वो 10 वारी टनका के वेखदी है ते रब ने इस भांडे नूं नहीं टनका के वेखना जिथे अपना अमृत पाउणा है। इसी गल कुंभे बद्दा जल रहा, जल बिन कुंभ ना होए पढ़ो जी, ज्ञान का बद्दा मन रहा गुरबिन। हुण गुरबिन ज्ञान ना होए दा मतलब इत्थे भगत नामदेव दे जीवन च बड़ी वड्डी तब्दीली आउण वाली है। इस गल ने भगत नामदेव जी नूं उचाट करता कि मेरे अंदर इस ज्ञान की भावना क्यों नहीं है। ते ज्ञानेश्वर मित्र ने, संत मित्र ने भगत नामदेव जी दे, वैसे मराठी भाषा दे गुरु ग्रंथ साहब जी दे विच एक तो वध भगतां दा जिक्र है। गुरु ग्रंथ साहब जी दे विच जिथे 22 तो लैके 24 भाषावां ने, 15 भगत ने, उथे भगत नामदेव कल्ले मराठी भाषा वाले भगत नहीं है। भगत नामदेव जी दे समकाली मराठी भगत वाले होर 3 संत भगत बैठे हुए हैं। परमानंद मराठी भगत ने, सैन मराठी भगत ने ते भगत नामदेव जी दे पक्के मित्र त्रिलोचन जी ये मराठी भगत ने। भगत नामदेव जी नूं मिला के 4 मराठी बोलण वाले भगत श्री गुरु ग्रंथ साहब जी की बाणी विच बैठे हुए हैं। ये चारों मराठी बोलण वाले, परमानंद भी मराठी बोलण वाले ने, त्रिलोचन जी ते सैन जी ते भगत नामदेव जी ते है ही परतख नूं प्रमाण की। भगत नामदेव जी दे शब्द ही मराठी विच, पहल पुरिए पुंडरक बना ताचे हंसा सगले जना, कृष्णा ते जानो हर हर नाचंती नाचना, पहल पुरसा बिरा आथून पुरसा दमरा, असगा अस उसगा हर का बागरा, नाचे पिंदी में सागरा, नाचंती गोपी जना। खैर चलो बाणी दा पक्ष कर लो, सिर्फ ये जिक्र किया कि भगत नामदेव जी की मित्रता उस समय उन्हां नाल है जिन्हां दे अंदर रब की भगती की खिच है ते संगत बड़ी वड्डी सच्ची मुची मनुखी मानसिकता के उत्ते प्रभाव रखती है। क्योंकि भगत नामदेव जी, असी जे भगत नामदेव के दर्शन करिए, जो ना भजनते नारायणा तिनका मैं ना करूं, तो एक ही है फिर संगत का असर है। जाके भीतर है अंतरा, जैसे पश तैसे होए नरा, एक ही है। मैं बौरी मेरा राम पतार रच रच ताको। ते जेड़े निंदन वाले संगत लोग ने, भले निंदो भले निंदो भले निंदो लोग, तन मन राम प्यारे जो, वाद विवाद काहू स्यों ना कीजा। उस संगत विच भगत नामदेव कहंदे पैना ही नहीं है। जिस संगत विच रब दी बंदगी तो मूँह फेरिया जाता है, जिस संगत दे विच बैठियां साडे सवास साडी जिंदगी दी कीमती समय दियां घड़ियां
रब तो टुट के बाद विवाद विच पै जाए। रसना राम रसायन पीजै, वो संगत करो जिस संगत दे विच साडी रसना राम दा रस ले, रमे हुए प्रभु नूं ध्याए। सो ये कारण सी कि भगत नामदेव दा मन उचाट होया ते ज्ञानेश्वर नूं पुछया, मित्र ज्ञानेश्वर संत दस मैं की करां? ज्ञानेश्वर ने कहा गुरु धारण करो। कहंदे फिर केड़ा गुरु धारण करा, मैनूं ते सोझी नहीं है। बाणी ने कहा गुर बिन घोर अंधार, गुरु बिन समझ ना आवे, गुर बिन सुरत ना सिद्ध, गुरु बिन मुक्त ना पावे। गुर कर सत विचार, गुरु कर रे मन मेरे, गुर कर शब्द सपुन अगन कटे सब तेरे। गुर नैन बैण गुर गुर करो, गुरु सत कब नल कह, जिन गुरु ना देखियो नह कियो ते अक्याथ संसार में। ये ते बाणी विच एक बारी नहीं, जिन्नी बारी असीं पढ़ांगे। जे सौ चंदा उगव है सूरज चढ़े हजार, ते चानण हुंदियां गुरबिन ते हुणी पढ़िया। ज्ञान का बद्दा मन रहे ते अगली तुक पढ़ लो गुरबिन। कहंदे फिर मैं की करा? ज्ञानेश्वर ऐसा मित्र होया भगत नामदेव दे जीवन दे विच, जिन्हां ने भगत नामदेव जी दी जिहड़ी प्रीत है, जिहड़ा रिश्ता है, वो भगत नामदेव जी दे मुरशद गुरु दे नाल कराया। ते भगत नामदेव जी दे गुरु दा नाम है विशोबा खेचर। इस करके नमन है विशोबा खेचर नूं, जिन्हां ने भगत नामदेव जी नूं सच्ची मुची सरगुण भगती तो निर्गुण भगती वल लाया। जिस दिन विशोबा खेचर नूं पता लग्या कि नामदेव तुर के आ रहा मेरे कोल, विशोबा खेचर जी ने अपना तन अष्टभुजा कर लिया, इन्ना टेढ़ा मेढ़ा कर लिया कि भगत नामदेव देख के डर जाए ते अपने तन उत्ते इस तरह का रूप धारण कर लिया कि जिस तरह कोड़ पिया होंदा शरीर ते उत्थे पए होए जिथे उन्हां दे पैर अपनी इष्ट की मूरत वल ने। जब नामदेव जी उन्हां कोल आए, ये पंजाबी यूनिवर्सिटी पब्लिकेशन की किताब है, उहदे विचों जिक्र कर रहा दास, कल नूं उस किताब की पब्लिकेशन ईयर ते नाम राइटर भी दस देगा। कोई भी गल विदाउट रेफरेंस नहीं, कच्ची कच घड़च गल अज तक नहीं करन दी कोई दास ने कोशिश की। जो है इतिहास विचों ते रेफरेंस बतौर रेफरेंस, इवें नहीं कि कोई भी किताब चक के, वो किताब जिहड़ी यूनिवर्सिटी की पब्लिकेशन तो छपी हुई है, जां वो किताब जिहड़ी ऑथेंटिक है, जिस किताब दे विच जिहदे पिछे कोई थीसिस कोई सिनॉप्सिस काम कर रहा, कोई रिसर्च एनालिसिस काम कर रहा। जिस वेले भगत नामदेव जी उत्थे पहुंचे तो देख के बड़े हैरान हुए कि मैं किथे गलत तो नहीं आ गया, मैनू ज्ञानेश्वर ने किथे भेजता, तो जे मैं जिहदे कोल आया उहदे पैर ही इष्ट की मूरत वाल होए हुए ने। तो उस वेले विशोबा खेचर ने कहा तू नामदेव है? कहंदे जी हाँ। कहंदे मेरे तन ते कोड़ है तो मैं तुर नहीं सकता, मैनू चक के धुप च लैके जा। तो उस वेले नामदेव जी ने बिना कुछ शंका किए, बिना मन दे अंदर कोई भी फुरना लियाए, अब हम चली ठाकुर पै हार, जब हम शरण प्रभु की आई, राख प्रभु भावें मार। बस ये भांडा टिणकाउण दी गल सी। जे गुर झिड़के तां मीठा लागे, जे बख्शे तां गुर वडियाई वाली अवस्था बाणी। बस हथ लाउण दी देर सी। विशोबा खेचर ने कहा तू अज तो बाद मेरा चेला है, मेरा मुरीद है। तो उन्हें नामदेव ने कहा मेरे मन च कोई शंका नहीं, भावें कोड़ होए किसी दे तन नूं मैं सेवा करांगा, क्योंकि मैं उस पार ब्रह्म परमेश्वर दे ज्ञान की अवस्था नूं अपने हिरदे रूपी भांडे घड़े विच पाउण आया। ते तुसीं एक गल दा मैनूं जवाब दिओ कि असीं वीठुल दे पुजारी हां, असी इष्ट दे पुजारी हां, मूरत बना के पूजा करते हैं, पर मैनू इस गल ने ठेस लाई है कि तुहाडे पैर वीठुल वाल सन, उत्ते सन, शिवलिंग वाल सन, ये बर्दाश्त नहीं। तो उस वेले विशोबा खेचर ने भगत नामदेव दे मन विच ऐसी निर्गुण भगती पाई कि ये आख दिता ईबै वीठुल ऊबै वीठुल वीठुल बिन। कहंदे विशोबा खेचर कोल आउण लई तैनूं रब ने वाहिगुरू ने इसलिए भेजिया नामदेव, ताकि तू समझ सकें कि रब किसी एक थां दे ने या किसी एक द्वारे विच फसिया होया जां बनिया होया नहीं है, वो तो जिथे देखो। इसी करके भगत नामदेव जी ने कहा कि एक पाथर कीजै भाओ,
ਦੂਜਾ ਪਾਥਰ ਧਰਿਐ ਪਾਉ। इस गल नूं बड़े वड्डे हिरते दे नाल समझिओ। विशोभा खेचर दी पहली सट ते पहला तीर जिहड़ा शब्द आ, कबीर साहब कहंदे कबीर गुर लागा तब जानिया मिटै मोह तन ताप, हर कसोग दाजै नहीं तह हर आपे आप। जिन्हों कबीर साहब जी ने कहा कबीर सतगुर सूरमे बाह्या बाणजू एक, लागत ही भोए गिर परिया परा करे जे शेख। आ होया भगत नामदेव जी दे ये सट है, ये बाण मारिया भगत नामदेव जी दे गुरु विशोभा खेचर ने। ये आख दिता कि 10 ऐसी केड़ी थां है जिथे विठुल नहीं है। फिर भगत नामदेव जी ने उचारिया एक है पाथर कीजै भाव, दूजा पाथर धरिया पाऊं, जे ओहे देओ तां ओ भी देवा। बस सीधी गल ये है, जे ओ देव है तो जिहदे उत्ते असीं तुरे फिरदे हां ते ओ की है। गल तो यह है दुनिया के उत्ते वधीकी करो, चोरियां ठगियां करो, दूजियां दे उत्ते ऊच नीच जात का धब्बा ला के उन्होंने रब दे मार्ग तो धक्के मार के बाहर कड्डो, तो फिर शाम नूं कहो जी असी गायत्री भी पढ़ के ते पूजा भी करके ते सब कुछ भावें असी सिख भी क्यों ना होइए, मैनूं खिमा बख्शो, भावें उतरों असी गात्रा पा के ते असी अपने आप को सिख कहा के ते वधीकी। सच यह है भगत नामदेव ने सब नूं कटाक्ष करके ते सच्चे मार्ग लई तोरिया। जे ओ देव ते ओ भी देवा, कह नामदेव हम हर की सेवा। ये रब की सेवा ते बंदगी विशोभा खेचर की शरण विच आके भगत नामदेव जी नूं सट लगी। तो उस दिन तो बाद भगत नामदेव जी ने यह नहीं कहा कि बीठुल मेरा किसी खास रूप च मैं उन्होंने दुध पिलाउणा। उस तो बाद ये नहीं कहा, उस तो बाद भगत नामदेव जी ने कहा सबै घट सारे पढ़ो जी, शब्द भी तुसीं सरवण कीता सी। सबै घट राम बोलै रामा बोलै, राम बिना को बोलै रे। एकल माटी कुंजर चीटी, कुंचर चच्चे नाल भी आया ते इस शब्द विच जज्जे नाल आया। हाथी नूं कुंजर आख्या। एकल माटी कुंजर चीटी भाजन है बहु नाना रे भांडे। उन्हें कीड़ी तो लैके हाथी तक सारे बनाए है, पर कोई ऐसा नहीं है जिदे अंदर रमिया होया वाहिगुरु नहीं, राम नहीं। अस्थावर जंगम कीट पतंगम, इथों तक एक पत्थर की पूजा करने वाले भगत नामदेव जी ने यह आख दिता कि रब ऐसा है जड़ दे विच ते चेतन। हुण जड़ की है ते चेतन की है। पत्थर जड़ है, रुख चेतन है, सब दे विच रब आख दिता। अस्थावर जंगम कीट पतंगम, कीड़ियां ते पतंगियां दा भी जिक्र करता। घट घट राम समाना है, सब दे विच समाया होया मेरा विठुल। भगत नामदेव जी दे असल निर्गुण भगती दी शुरुआत विशोभा खेचर कोल आके शुरू होंदी है। हुण जद निर्गुण भगती दी शुरुआत होंदी है, वाहद 1270 दे एक ऐसे भगत नामदेव जी ने जिन्हां ने दखणी भारत की भगती ते उत्तर भारत की भगती नूं जोड़ दिता। समझो दखण भारत ते उत्तर भारत का पुल भगती का ब्रिज बनाने वाला कोई है ते भगत नामदेव है। सब तो पुराने भगत गुरु ग्रंथ साहब जी दे विच भगत जयदेव जी ने, बंगाली भगत ने ते उन्हां दे शब्द असीं पढ़दे हां। परमात्मा पुरुषोत्तम सत आदि भाव रत्यंग, ये जिहड़े शब्द भगत जयदेव जी 1170, उस तो बाद बाबा शेख फरीद जी 1173 ते भगत नामदेव जी की फिर उस तो बाद पुरातन भगतां दी विच गिणती आउंदी है। आदि भाव गुरु नानक साहब तो जिहड़े 100 150 200 ते 300 साल पुराने भगतां दी लड़ी विच ने, उन्हें 1270 दे भगत नामदेव जी जिन्हां दा जन्म, जिन्हां दी आमद दखण भारत दी है, दखण भारत दी बोली है, भाषा है। भगत नामदेव जी दा जिहड़ा विआह होया वो गोबिंद सेठू दी धी दे नाल होया, जिन्हों राजा बाई आख्या। उन्हां दी पत्नी दा नाम है राजा बाई, जिन्हों खास करके इतिहास विच राजाई भी आख्या है। भगत नामदेव दी पत्नी है, 4 पुत्र ने। 4 पुत्र दे विच नारायण है, गोविंद है, इष्ट है और बीठुल उन्हां दे पुत्रां दा नाम है। नाल कुड़ी दा जिक्र मिलदा है उन्हां दे इतिहास दे विच। 2 कुड़ियां ने ते नाल ही एक जिहड़ी उन्हां दे घर बाई है काम करन वाली। कुल 15 जी एक छत भाव एक घर दे विच रहिंदे ने।
ਤੇ ਉੱਥੇ ਸਾਰੇ ਜਿਹੜੇ ਉਹਨਾਂ ਦੇ ਪੁੱਤਰ ਧੀ ਤੇ ਪਤਨੀ ਹੈ, ਇਹ ਸਾਰੇ ਹੀ ਮਰਾਠੀ ਦੇ ਵਿੱਚ ਕਾਵ ਰਚਨਾ ਦੀ ਸਿਰਜਣਾ ਕਰਦੇ ਨੇ। ਇਹਨਾਂ ਦੀ ਕਾਵ ਰਚਨਾ ਨੂੰ ਵਿਭੂਤ ਆਖਿਆ ਗਿਆ, ਵਿਭੰਤੰ ਵੀ ਆਖਿਆ ਗਿਆ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਨਾਮਦੇਵ ਜੀ ਦੇ ਜਿਹੜੀ ਕਾਵ ਰਚਨਾ ਕਹਿਣਾ ਤੇ ਬੜਾ ਹਲਕਾ ਲਫ਼ਜ਼ ਹੈ, ਜਿਹਨੂੰ ਅਸੀਂ ਧੁਰ ਕੀ ਬਾਣੀ ਆਖੀਏ, ਜਿਹਨੂੰ ਅਸੀਂ ਧੁਰ ਕੀ ਬਾਣੀ ਦੇ ਨਾਲ ਜੈਸੀ ਮੈਂ ਆਵੈ, ਇਹ ਹੈ, ਇਹ ਅਸਲ ਲਫ਼ਜ਼ ਹੈ। ਕਿਉਂਕਿ ਕਬੀਰ ਸਾਹਿਬ ਜੀ ਨੇ ਵੀ ਆਖਿਆ, ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਇਹਨੂੰ ਬ੍ਰਹਮ ਵਿਚਾਰ ਆਖੀਏ। ਜਿਹਨੂੰ ਗੁਰੂ ਨਾਨਕ ਸਾਹਿਬ ਲੈਣ ਤੁਰੇ ਸਨ। ਦੋ ਕਰਮ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਉੱਤੇ ਕੀਤੇ, ਇੱਕ ਸੜਦੀ ਬਲਦੀ ਲੋਕਾਈ ਨੂੰ ਤਾਰਿਆ ਨਾਮ ਦੇ ਕੇ, ਤੇ ਦੂਸਰਾ ਜਿਹੜੇ ਇਸ ਧਰਤੀ ਤੇ ਬੰਦਗੀ ਕਰਕੇ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਜਿਨ੍ਹਾਂ ਨੇ ਨਿਰਗੁਣ ਭਗਤੀ ਦਾ ਸਿਖਰ ਕਮਾਇਆ, ਉਹਨਾਂ ਭਗਤਾਂ ਤੋਂ ਅਗਮੀ ਬਾਣੀ ਝੋਲੀ ਪਵਾ ਕੇ ਤੇ ਦੁਨੀਆ ਨੂੰ ਤਾਰਨ ਵਾਸਤੇ ਪੋਥੀ ਰੂਪ ਦੇ ਵਿੱਚ ਪ੍ਰਗਟ ਕਰ ਗਏ। ਭਉ ਤੇਰਾ ਭਾਂਗ, ਇਥੋਂ ਕਥਾ ਆਰੰਭ ਕੀਤੀ ਸੀ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਤਉ ਦਰਸ਼ਨ ਕੀ ਕਰੋ ਸਮਾਏ। ਤੇ ਗੁਰੂ ਨਾਨਕ ਸਾਹਿਬ ਭੀਖਿਆ ਲੈਣ ਗਏ ਨੇ? ਕਹਿੰਦੇ ਨਹੀਂ, ਮੈਂ ਦਰ ਮੰਗਤ ਭੀਖਿਆ ਪਾਏ, ਮੈਂ ਉਹ ਬਾਣੀ ਲੈਣ ਗਿਆ। ਭਾਵੇਂ ਪਾਕ ਪਟਨ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ, ਦੇਖੋ ਬਾਬਾ ਸ਼ੇਖ ਫਰੀਦ, ਦਾਦਾ ਉਸਤਾਦ ਸ਼ੇਖ ਮੁਇਨੁਦੀਨ ਸਿਜਸੀ, ਇਥੋਂ ਚਿਸ਼ਤੀ ਪਰੰਪਰਾ, ਫਕੀਰੀ ਪਰੰਪਰਾ ਦਾ ਆਰੰਭ ਹੋਇਆ। ਮੁਇਨੁਦੀਨ ਚਿਸ਼ਤੀ ਦੇ ਚੇਲੇ ਹੋਏ ਨੇ ਕੁਤੁਬਦੀਨ ਬਖਤਿਆਰ ਕਾਕੀ। ਕੁਤੁਬਦੀਨ ਬਖਤਿਆਰ ਕਾਕੀ ਦੇ ਸ਼ਾਗਿਰਦ ਹੋਏ ਨੇ ਬਾਬਾ ਸ਼ੇਖ ਫਰੀਦ ਜੀ ਸ਼ੱਕਰਗੰਜ, ਜਿਹਨੂੰ ਅਸੀਂ 4 ਸ਼ਬਦ ਤੇ ਤਕਰੀਬਨ 130 ਸ਼ਲੋਕਾਂ ਵਿੱਚੋਂ 112 ਬਾਬਾ ਸ਼ੇਖ ਫਰੀਦ ਜੀ ਦੇ ਨੇ ਸਿਜਦਾ ਕਰਦੇ ਹਨ। ਬਾਬਾ ਸ਼ੇਖ ਫਰੀਦ ਤੋਂ ਬਾਅਦ ਗੱਦੀ ਨਸ਼ੀਨ ਹੋਇਆ ਹਜ਼ਰਤ ਨਿਜ਼ਾਮੁਦੀਨ ਔਲੀਆ। ਹਜ਼ਰਤ ਨਿਜ਼ਾਮੁਦੀਨ ਤੋਂ ਬਾਅਦ ਉੱਥੇ ਗੱਦੀ ਨਸ਼ੀਨੀ ਮਿਲੀ ਹੈ ਦਿੱਲੀ ਦੀ ਧਰਤੀ ਦਾ ਹਸਨ ਦੇਹਲਵੀ। ਤੇ ਹਸਨ ਦੇਹਲਵੀ ਤੋਂ ਬਾਅਦ ਇਹ ਸਾਰੀ ਗੱਦੀ ਨਸ਼ੀਨੀ ਜਦ 11ਵੀਂ ਗੱਦੀ ਤੱਕ ਪਹੁੰਚੀ ਹੈ, ਜਿਹਨੂੰ ਸ਼ੇਖ ਬ੍ਰਹਮ ਆਖਿਆ ਗਿਆ। ਗੁਰੂ ਨਾਨਕ ਸਾਹਿਬ ਪਾਕ ਪਟਨ ਤੋਂ ਸ਼ੇਖ ਬ੍ਰਹਮ ਤੋਂ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਲੈ ਕੇ ਆਏ। ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ। ਮੈਂ ਕੋਈ ਬਾਹਰੋਂ ਜੋਗੀਆਂ ਦੀ ਤਰ੍ਹਾਂ ਜਾਂ ਬੋਧੀਆਂ ਦੀ ਤਰ੍ਹਾਂ ਜਾਂ ਜੈਨੀਆਂ ਦੀ ਤਰ੍ਹਾਂ ਭਾਂਡਾ ਜਾਂ ਖੱਪਰੀ ਲੈ ਕੇ ਮੈਂ ਚੌਲ ਦਾਲ ਜਾਂ ਹੋਰ ਸਲੂਣਾ ਨਹੀਂ ਪਵਾਉਣ ਤੁਰਿਆ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਇਹ ਕਾਸਾ ਬਣਾ ਕੇ ਤੁਰ ਕੀ ਬਾਣੀ ਪਾਉਣ ਤੁਰਿਆ। ਮੈਂ ਦਰ ਮੰਗੋ ਨੀਤਾ ਨਹੀਂ। ਤੇ ਮੈਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਲੋਕਾਂ ਨੇ ਕਿਹਾ ਕਿ ਖੱਤਰੀ ਦਾ ਪੁੱਤਰ ਹੋ ਕੇ ਕਿੱਥੇ ਸ਼ੂਦਰ ਵੈਸ਼ ਤੇ ਸੋ ਕੌਲ ਦਲਿਤਾਂ ਵੱਲ ਤੁਰਿਆ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੁਣੋ ਕੰਨ ਖੋਲ ਕੇ, ਕਿ ਪਟ ਪਾਂਡਾ ਕਹਿ ਨਾ ਕੋਈ ਐਸਾ ਭਗਤ ਵਰਨ ਮੈਂ। ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਤਉ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ। ਕੇਸਰ ਕੁਸਮ ਮਿਰਗ ਮੈਂ ਹਰਣਾ, ਸਰਬ ਸਰੀਰੀ ਚੜਨਾ ਚੰਦਨ ਭਗਤਾਂ ਜੋਤ ਨੇ ਹੀ ਸਰਬੈ ਪਰਮਲ ਕਰਨਾ। ਘੇ ਪਟ ਭਾਂਡਾ ਕਹਿ ਨਾ ਕੋਈ ਐਸਾ ਭਗਤ ਵਰਨ ਮੈਂ ਹੋਏ। 4 ਵਾਰੀ ਭਗਤ ਦਾ ਜ਼ਿਕਰ ਕੀਤਾ ਇਸ ਸ਼ਬਦ ਵਿੱਚ। ਕੇਸਰ ਕਦੀ ਮੈਲਾ ਹੋਇਆ? ਗੁਰੂ ਨਾਨਕ ਸਾਹਿਬ ਨੇ ਕਿਹਾ। ਤੇ ਕੇਸਰ ਫੁੱਲਾਂ ਵਿੱਚੋਂ ਆਉਂਦਾ ਤੇ ਭਗਤ ਨਾਮਦੇਵ ਜੀ ਨੇ ਤੇ ਪਹਿਲਾਂ ਫੁੱਲ ਨੂੰ ਝੂਠਾ ਕਹਿ ਦਿੱਤਾ। ਭੌਰੇ ਨੇ ਆ ਕੇ ਫੁੱਲ ਨੂੰ ਝੂਠਾ ਕਹਿਤਾ। ਕੇਸਰ ਕਿੱਥੋਂ ਪਵਿੱਤਰ ਹੋ ਗਿਆ? ਜਿਸ ਕੇਸਰ ਨੂੰ ਸਭ ਤੋਂ ਪਵਿੱਤਰ ਮੰਨਦੇ ਹੋ, ਕਿਹੜੇ ਹੱਥ ਲਾ ਕੇ ਆਇਆ? ਕਦੀ ਇਹ ਤੇ ਮੈਲਾ ਨਹੀਂ ਹੋਇਆ। ਕੁਸਮ ਕਹਿੰਦੇ ਫੁੱਲ ਨੂੰ, ਕਹਿੰਦੇ ਫੁੱਲ ਕਿਹੜਾ ਸੁੱਚਾ ਹੈ? ਫੁੱਲ ਵੀ ਮੈਲਾ। ਮਿਰਗ ਮੈਂ ਕਸਤੂਰੀ, ਮਿਰਗ ਦੇ ਢਿੱਡ, ਹਿਰਣੀ ਦੇ ਢਿੱਡ ਵਿੱਚੋਂ ਕਸਤੂਰੀ ਕੱਢੀ ਜਾਂਦੀ ਹੈ ਭਾਈ, ਉਹ ਤੇ ਮਾਸ ਦਾ ਲੋਥੜਾ ਹੈ, ਉਹ ਵੀ ਪਵਿੱਤਰ ਹੈ ਭਾਈ। ਹਰਣਾ, ਹੁਣ ਹਰਣਾ ਕਹਿੰਦੇ ਸੋਨੇ ਨੂੰ ਹਰਣਾ ਕਿਹਾ ਗਿਆ। ਹੁਣ ਸੋਨਾ ਕਦੀ ਕਿਸੇ ਸੁਨਿਆਰੇ ਨੇ, ਹੁਣ ਇੱਥੇ ਤੁਸੀਂ ਦੇਖੋ ਕਿੰਨੇ ਸੁਨਿਆਰਿਆਂ ਦੀ ਦੁਕਾਨ ਹੋਏਗੀ ਇਸੀ ਲਾਈਨ 'ਚ। ਇੱਥੇ ਕਦੀ ਕਿਸੇ ਸੁਨਿਆਰੇ ਨੇ ਸੋਨਾ ਸਸਤਾ ਕਹਿ ਕੇ ਵੇਚਿਆ? ਜਿਸ ਸੋਨੇ ਦੀ ਕੀਮਤ ਅੱਜ 65-70 ਹਜ਼ਾਰ ਰੁਪਇਆ ਤੋਲਾ ਹੈ, ਤੇ ਉਹਨੇ ਕੋਈ ਬੋਰਡ ਲਾਇਆ ਹੋਇਆ ਜੀ ਮੈਂ ਇਹ ਸੋਨੇ ਦੇ ਗਹਿਣੇ 30 ਹਜ਼ਾਰ ਵੇਚ ਰਿਹਾ ਜੀ। ਉਹਨੂੰ ਪੁੱਛੋ ਕਿਉਂ ਜੀ? ਕਿਸੇ ਨੀਵੀਂ ਜਾਤ ਦੀ ਔਰਤ ਨੇ ਪਾਇਆ ਸੀ। ਕਦੀ ਸੋਨਾ ਸਸਤਾ ਵਿਕਿਆ ਐਵੇਂ ਕਹਿ ਕੇ? ਸੋਨਾ ਮੈਲਾ ਹੁੰਦਾ? ਕਦੀ ਸੋਨੇ ਦੀ ਕੀਮਤ ਉਹੀ ਰਹੀ। ਕੇਸਰ ਕੁਸਮ ਮਿਰਗ ਮੈਂ ਹਰਣਾ, ਸਰਬ ਸਰੀਰੀ ਚੜਨਾ, ਭਾਵੇਂ ਜਿਹੜੇ ਮਰਜੀ ਸਰੀਰ ਤੇ ਹੋਏ। ਚੰਦਨ ਭਗਤਾਂ ਜੋਤ ਨਹੀਂ, ਚੰਦਨ ਨੂੰ ਤੇ ਸੱਪ ਲਿਪਟੇ ਹੁੰਦੇ ਆ, ਪਰ ਚੰਦਨ ਫਿਰ ਪਵਿੱਤਰ ਹੈ।
ਸਰਬੈ ਪਰਮਲ ਕਰਨਾ, ਸਾਰਿਆਂ ਦੇ ਵਿੱਚ। ਘੈ ਪਟ ਭਾਂਡਾ ਕਹੇ ਨਾ ਕੋਈ। ਅਸੀਂ ਕਹਿੰਦੇ ਜੀ ਘਿਓ ਪਵਿੱਤਰ ਹੈ, ਸਾਰੇ ਹਵਨ ਵਿੱਚ, ਸਾਰੀ ਥਾਂ ਤੇ, ਸਾਰੇ ਦੇਵ ਵਾਲਿਆਂ 'ਚ। ਮਹਾਰਾਜ ਕਹਿੰਦੇ ਘਿਓ ਤੇ ਪਸ਼ੂ ਵਿੱਚੋਂ ਆਇਆ। ਘਿਓ ਤੇ ਅਸੀਂ ਪ੍ਰੈਕਟੀਕਲੀ ਦੇਖੀਏ ਘਿਓ ਵੈਜੀਟੇਰੀਅਨ ਕਿਵੇਂ ਹੋ ਗਿਆ। ਭਗਤ ਜੀ ਨਾਮਦੇਵ ਜੀ ਦੇ ਬਾਬਤ ਜਿਹੜੀ ਅਸੀਂ ਅੱਜ ਜ਼ਿਕਰ ਕਰ ਰਹੇ ਹਾਂ, ਗੁਰੂ ਨਾਨਕ ਸਾਹਿਬ ਕਹਿੰਦੇ ਘਿਓ ਕਿੱਥੋਂ ਹੋ ਗਿਆ? ਘਿਓ ਤੇ ਪਸ਼ੂ ਦੀ ਚਰਬੀ ਹੈ। ਪਟ, ਜਿਸ ਰੇਸ਼ਮ ਕੱਪੜੇ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ, ਪੂਜਾ ਅਰਚਾ ਦੇ ਵਿੱਚ ਇਹ ਪਟ ਦਾ, ਰੇਸ਼ਮ ਦਾ, ਕਹਿੰਦੇ ਇਹ ਰੇਸ਼ਮ ਵੀ ਕਿੱਥੋਂ? ਕਹਿੰਦੇ ਇਹ ਤੇ ਕੀੜੇ ਦੇ ਰੇਸ਼ੇ ਨੇ। ਰੇਸ਼ਮ ਕੀੜੇ ਵਿੱਚੋਂ। ਹੱਦ ਹੋ ਗਈ। ਜਦ ਘਿਓ ਪਵਿੱਤਰ ਹੈ, ਜਦ ਰੇਸ਼ਮ ਪਵਿੱਤਰ ਹੈ, ਫਿਰ ਇਸ ਧਰਤੀ ਤੇ ਜਾਤ ਪਾਤ ਕਿਵੇਂ ਝੂਠ ਤੇ ਸੱਚ ਵਿੱਚ ਆ ਗਈ। ਇਸੀ ਗੱਲ ਨੂੰ ਕਬੀਰ ਸਾਹਿਬ ਨੇ ਕਿਹਾ ਸੀ ਕਿ ਤੁਮ ਕਤ ਬ੍ਰਾਹਮਣ ਹਮ ਕਤ ਸੂਤ, ਤੇ ਹਮ ਕਤ ਲੋਹੂ ਤੁਮ ਕਤ ਦੂਧ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਟਕਾ ਹੈ। ਇਸੀ ਗੱਲ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਠੋਕ ਵਜਾ ਕੇ ਆਖਿਆ ਵੀ ਇਸ ਗੱਲ ਦਾ ਜਵਾਬ ਦਿਓ। ਘਿਓ ਵੀ ਪਵਿੱਤਰ ਹੈ ਜਿਹੜਾ ਪਸ਼ੂ ਦੀ ਚਰਬੀ ਹੈ, ਬਈ ਪਟ ਰੇਸ਼ਮ ਵੀ ਪਵਿੱਤਰ ਹੈ ਜਿਹੜਾ ਕੀੜਿਆਂ ਵਿੱਚੋਂ ਨਿਕਲਿਆ। ਆ ਹੁਣ ਦੋਨੋਂ ਜਿਹੜੇ ਨੇ, ਦੋਨੋਂ ਤੇ ਪਸ਼ੂ ਤੇ ਕੀੜੇ ਵਿੱਚੋਂ। ਇਹ ਪ੍ਰੈਕਟੀਕੈਲਿਟੀ, ਇਸ ਲੌਜਿਕ ਦਾ ਜਵਾਬ ਗੁਰੂ ਨਾਨਕ ਸਾਹਿਬ ਦੀ ਗੱਲ ਦਾ ਕਿਸੇ ਕੋਲ ਨਹੀਂ ਸੀ, ਕਿਸੇ ਕੋਲ ਨਹੀਂ ਸੀ। ਕਿ ਪਟ ਭਾਂਡਾ ਕਹੇ ਨਾ ਕੋਈ, ਐਸਾ ਭਗਤ ਵਰਨ ਮੈਂ ਹੋ। ਹੁਣ ਪਟ ਭਾਂਡਾ ਤੇ ਤੀਸਰਾ ਭਾਂਡਾ। ਹੁਣ ਭਾਂਡਾ ਉਸ ਵੇਲੇ ਕੋਈ ਸਟੀਲ ਤੇ ਕਾਂਸੀ ਨਹੀਂ ਸੀ ਜਦ ਗੁਰੂ ਨਾਨਕ ਸਾਹਿਬ, ਤਾਂ ਮਿੱਟੀ ਦੇ ਭਾਂਡੇ ਚੱਲਦੇ ਸਨ। ਤੇ ਮਿੱਟੀ ਦੇ ਭਾਂਡਿਆਂ ਦਾ ਜੇ ਪਿਛੋਕੜ ਪੜਨਾ ਫਿਰ ਇਹ ਤੁਕ ਪੜ ਲਿਓ, ਮਿੱਟੀ ਮੁਸਲਮਾਨ ਕੀ, ਬਸ ਪਤਾ ਲੱਗ ਜਾਏਗਾ ਇਹ ਭਾਂਡਾ ਕਿੱਥੋਂ ਆਇਆ। ਫਿਰ ਭਈ ਇਹ ਤੇ ਕਬਰ ਪੱਟ ਕੇ ਮਿੱਟੀ ਕੱਢੀ ਗਈ ਤੇ ਉਸ ਕਬਰ ਦੀ ਮਿੱਟੀ ਦੇ ਵਿੱਚੋਂ ਫਿਰ ਭਾਂਡਾ ਬਣਾਇਆ ਗਿਆ। ਮਹਾਰਾਜ ਕਹਿੰਦੇ ਇਹ ਵੀ ਪਵਿੱਤਰ ਹੈ, ਇਸ ਭਾਂਡੇ ਦੇ ਵਿੱਚ ਭੋਗ ਲਾਇਆ, ਸਭ ਕੁਝ ਪਵਿੱਤਰ ਹੈ। ਇਹ ਤੇ ਕਦੀ ਨਹੀਂ ਸੋਚਿਆ ਵੀ ਇਹ ਨੀਵਾਂ ਹੋ ਗਿਆ ਤੇ ਇਹ ਮੈਲਾ ਹੋ ਗਿਆ। ਇਸੀ ਗੱਲ ਨੂੰ ਮਹਾਰਾਜ ਜੀ ਨੇ ਕਿਹਾ ਸੀ ਕਿ ਰਾਜੇ ਚੁੱਲੀ ਨਿਆਉ ਕੀ। ਬ੍ਰਾਹਮਣ ਦੀ ਚੁੱਲੀ ਦਾ ਜ਼ਿਕਰ ਕੀਤਾ, ਗਿਰਹੀ ਦੀ, ਗ੍ਰਸਤੀ ਦੀ ਚੁੱਲੀ ਦਾ। ਇਕੱਲਾ ਅਸੀਂ ਚੁੱਲੀ ਕਰ ਲਈ ਜੀ ਪਵਿੱਤਰ। ਮਹਾਰਾਜ ਕਹਿੰਦੇ ਕਿਹੜੀ ਪਵਿੱਤਰ? ਕਹੋ ਪੰਡਿਤ ਸੂਚਾ ਕੌਣ ਥਾ। ਇਸ ਗੱਲ ਨੂੰ ਗੁਰੂ ਨਾਨਕ ਸਾਹਿਬ ਭਗਤ ਨਾਮਦੇਵ ਜੀ ਕੋਲ ਗਏ ਨੇ। ਸਾਰੀ ਜਾਤ ਪਾਤ ਵਰਣ ਭੇਦ ਜੇ ਭਗਤ ਨਾਮਦੇਵ ਜੀ ਨੇ ਖਤਮ ਕੀਤੇ ਆਪਣੀ ਬਾਣੀ ਦੇ ਵਿੱਚ, ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਗੁਰੂ ਦੀ ਪਦਵੀ ਦਿੱਤੀ। ਇਸ ਕਰਕੇ ਦਿੱਤੀ, ਨਾ ਸਿਰਫ ਜਾਤ ਵਰਣ ਭੇਦ, ਬਲਕਿ ਉਸ ਸਮੇਂ ਦੀ ਰਾਜਸੀ ਤਾਕਤ ਨੂੰ ਵੀ ਚੈਲੰਜ ਕਰਨ ਵਾਲੇ, ਮੌਤ ਦੇ ਭੌ ਨੂੰ ਵੀ ਜਿੱਤ ਕੇ ਭਗਤ ਨਾਮਦੇਵ ਕਹਿੰਦੇ ਜਿੰਨਾ ਚਿਰ ਤੱਕ ਸਵਾਸ ਹੈ, ਵਧੀਕੀ ਨਾਲ, ਧੱਕੇ ਨਾਲ ਮੇਰੇ ਤੋਂ ਕੋਈ, ਮੇਰੇ ਜ਼ੁਬਾਨ ਤੋਂ ਕੁਛ ਨਹੀਂ ਕਹਾ ਸਕਦਾ। ਹਾਂ, ਜਦ ਆਪਣੀ ਮੌਜ ਵਿੱਚ ਆਏ ਤੇ ਸਾਰੇ ਲਫ਼ਜ਼ ਕੁਰਾਨ ਦੇ ਉਚਾਰੇ। ਮੈਂ ਅੰਧੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ। ਇੱਥੋਂ ਤੱਕ ਆਖ ਦਿੱਤਾ ਕਿ ਦਰਿਆਓ ਤੂੰ, ਦੇਹੰਦ ਤੂੰ, ਬਿਸਿਆਰ ਤੂੰ, ਧਨੀ ਦੇਹ ਲੇਹ ਏਕ ਤੂੰ, ਦਿਗਰ ਕੋ ਨਹੀਂ। ਅੱਲਾ ਵੀ ਆਖ ਦਿੱਤਾ ਇਸ ਸ਼ਬਦ ਵਿੱਚ, ਤੂੰ ਦਾਨਾ ਤੂੰ ਬੀਨਾ। ਜੋ ਸ਼ਬਦ ਕੁਰਾਨ ਵਿੱਚ ਆਏ, ਧੱਕੇ ਨਾਲ ਨਹੀਂ ਕੋਈ। ਧੱਕੇ ਨਾਲ ਭਾਵੇਂ ਮਾਂ ਨੂੰ ਬੁਲਾਇਆ ਗਿਆ ਭਗਤ ਨਾਮਦੇਵ ਦੀ, ਕਿਹਾ ਗਿਆ ਕਿ ਛੋੜ ਰਾਮ ਕੀ ਨਾ ਭਜੈ ਖੁਦਾਏ, ਤੇ ਇੱਥੋਂ ਤੱਕ ਨਾਮਦੇਵ ਕਹਿੰਦਾ ਮੈਂ ਤੇਰਾ ਪੁੱਤਰ ਨਹੀਂ ਤੇ ਤੂੰ ਮੇਰੀ ਮਾਂ ਨਹੀਂ। ਜੇ ਇਹ ਗੱਲ ਤੂੰ ਅੜਾਉਂਦੀ ਹੈ, ਮਾਂ ਨੂੰ ਆਖਿਆ ਮਾਂ ਤੂੰ ਰੱਬ ਨਹੀਂ ਹੋ ਗਈ ਹੈ, ਇਸ ਗੱਲ ਨੂੰ ਯਾਦ ਕਰ ਲਈ, ਤੂੰ ਰੱਬ ਨਹੀਂ ਹੋ ਗਈ ਹੈ, ਮੈਂ ਆਪਣੇ ਰੱਬ ਦੀ ਮੰਨਾਂਗਾ। ਤੇ ਮੇਰੇ ਰੱਬ ਨੇ ਕਿਹਾ ਕਿ ਵਧੀਕੀ ਨਹੀਂ, ਭਾਵੇਂ ਇਹ ਤਨ ਦਾ ਠੀਕਰਾ ਵੀ ਕੋਈ ਭੱਜ ਦੇ, ਕੋਈ ਭੰਨ ਦੇ ਇਸ ਤਨ ਦਾ ਠੀਕਰਾ। ਨਾ ਮੈਂ ਤੇਰਾ ਪੁੰਗਰਾ, ਨਾ ਤੂੰ ਮੇਰੀ ਮਾਂ। ਗੱਲ ਇੱਥੇ ਖਤਮ ਕੀਤੀ। ਇੱਥੇ ਮਾਂ ਕੱਲੀ ਉਹ ਮਾਂ ਨਹੀਂ ਜਿਹਨੇ ਜਨਮ ਦਿੱਤਾ, ਇਹ ਮਾਂ ਮਤ ਵੀ ਹੈ, ਜਿਹੜੀ ਮਤ ਡਰ ਕਬੂਲ ਕਰੇ, ਜਿਹਨੂੰ ਮਾਤਾ ਮਤ ਪਿਤਾ ਸੰਤੋਖ ਆਖਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਇਹ ਗਵਾਹੀਆਂ ਨੇ। ਭਗਤ ਨਾਮਦੇਵ, ਗੁਰੂ ਨਾਨਕ ਸਾਹਿਬ ਇਹ ਬਾਣੀ ਲੈ ਕੇ ਆਏ ਜਦ, ਤੇ ਗੁਰੂ ਨਾਨਕ ਸਾਹਿਬ ਨੇ ਆਪ ਵੀ ਸਿਜਦਾ ਕੀਤਾ, ਕਿਉਂਕਿ ਆਪ ਆਖਿਆ ਕਿ ਇਹ ਐਸਾ ਭਗਤ, ਤੇ ਭਗਤ ਦਾ ਮਤਲਬ ਕੀ ਹੈ। ਡਾਕਟਰ ਜੋਧ ਸਿੰਘ ਤੇ ਡਾਕਟਰ ਹਰਬੰਸ ਸਿੰਘ, ਇਨਸਾਈਕਲੋਪੀਡੀਆ ਆਫ ਸਿੱਖੀਜ਼ਮ ਵਾਲੇ, ਉਹਨਾਂ ਨੇ ਭਗਤ ਦੇ ਅਰਥ, ਕਿ ਮੈਨੂੰ ਸਮਾਂ ਦੱਸ ਦਿਓ ਕਿਉਂਕਿ ਕਥਾ ਲੇਟ ਸ਼ੁਰੂ ਹੋਈ ਸੀ, ਮੈਨੂੰ ਦੱਸ ਦਿਓ ਜੀ ਸਮਾਂ ਹੋ ਗਿਆ ਜੀ। ਠੀਕ ਹੈ ਜੀ, ਸਮੇਂ ਦੀ ਸਮਾਪਤੀ ਹੈ। ਬਾਕੀ ਵਿਚਾਰਾਂ ਕੱਲ ਕਰਾਂਗੇ, ਕਿਉਂਕਿ ਸਤਿਕਾਰਯੋਗ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਗੁਰੂ ਕੇ ਕੀਰਤਨੀ ਆਪ ਜੀ ਦੇ ਸਨਮੁਖ ਪਹੁੰਚ ਚੁੱਕੇ ਨੇ। ਭਗਤ ਦਾ ਅਰਥ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿਹੜਾ ਵੀ ਭਗਤ ਆਇਆ ਹੈ, ਇਹਦੇ ਅਰਥ ਜਿਹੜੇ ਕੀਤੇ ਨੇ ਡਾਕਟਰ ਜੋਧ ਸਿੰਘ ਲਿਖਦੇ ਨੇ, ਭਜ ਤੋਂ ਭਗਤ ਬਣਿਆ, ਜਿਹਦੇ ਅੰਦਰ ਰੱਬ ਦਾ ਭਜਨ ਹੈ, ਜਿਹੜਾ ਭਜ ਮਨ ਮੇਰੇ ਏਕੋ ਨਾਮ
ਉਹ ਜਿਹੜਾ ਭਜਨ ਕਰਦਾ, ਜਿਹੜਾ ਭਜਦਾ, ਉਹਨੂੰ ਭਗਤ ਆਖਿਆ ਗਿਆ। ਤੇ ਇਹ ਸੀ ਭਗਤ ਨਾਮਦੇਵ ਜੀ ਦਾ ਸਾਰਾ ਪਿਛੋਕੜ। 1270 ਤੋਂ ਲੈ ਕੇ ਇਹ ਸਾਰਾ ਪਿਛੋਕੜ ਜਿਹੜਾ ਅੱਜ ਅਸੀਂ ਇੱਥੇ ਤੱਕ ਪਹੁੰਚੇ ਹਾਂ, ਵਿਸੋਬਾ ਖੇਚਰ ਤੇ ਭਗਤ ਨਾਮਦੇਵ ਜੀ ਦੀ ਫਿਰ ਦੱਖਣ ਤੋਂ ਲੈ ਕੇ ਪੂਰਬ ਤੱਕ ਦੀ ਉੱਤਰ ਤੱਕ ਦੀ ਯਾਤਰਾ। ਦੱਖਣ ਭਾਰਤ ਹੋ ਗਿਆ ਮਹਾਰਾਸ਼ਟਰ ਤੇ ਉੱਤਰ ਭਾਰਤ ਹੋ ਗਿਆ ਪੰਜਾਬ। 20 ਸਾਲ ਭਗਤ ਨਾਮਦੇਵ ਜੀ ਦੇ ਅੰਤਮ ਸਰੀਰਕ ਯਾਤਰਾ ਦੇ ਗੁਰਦਾਸਪੁਰ ਦੇ ਨਾਲ ਘੁਮਾਣ ਪਿੰਡ ਹੈ, ਗੁਰਦਾਸਪੁਰ ਦੇ ਵਿੱਚ ਇੱਕ ਕਸਬਾ ਟਾਊਨ ਹੈ। 20 ਸਾਲ ਭਗਤ ਨਾਮਦੇਵ ਜੀ ਨੇ ਉੱਤਰ ਭਾਰਤ ਭਾਵ ਪੰਜਾਬ ਦੇ ਵਿੱਚ ਉੱਥੇ ਆਪਣਾ ਸਮਾਂ ਤੇ ਨਾਲ ਦੇ ਇਲਾਕਿਆਂ ਦੇ ਵਿੱਚ ਨਿਰਗੁਣ ਭਗਤੀ ਦਾ ਪ੍ਰਚਾਰ ਕਰਨ ਵਾਸਤੇ ਬਤੀਤ ਕੀਤੇ ਨੇ। ਇਹ ਲੜੀ ਹੁਣ ਆਪ ਸੰਗਤਾਂ ਦੇ ਨਾਲ ਕੱਲ ਨੂੰ ਸਾਂਝੀ ਕਰਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ। ਇੱਥੇ ਸਮਾਪਤੀ ਹੈ। ਆਪ ਬੜੇ ਪ੍ਰੇਮ ਦੇ ਵਿੱਚ ਬੈਠੇ ਹੋਏ ਹੋ ਜੀ। ਆਪ ਸਾਰੀਆਂ ਸੰਗਤਾਂ ਨੂੰ, ਰੱਬ ਰੂਪੀ ਸੰਗਤਾਂ ਨੂੰ ਇਸਤਕਬਾਲ ਹੈ। ਆਪ ਸਾਰੀਆਂ ਸੰਗਤਾਂ ਨੇ ਬੜੇ ਪ੍ਰੇਮ ਭਾਵਨਾ ਦੇ ਨਾਲ ਇਹ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਪਾਵਨ ਸਥਾਨ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਦਵਿੰਦਰ ਸਿੰਘ ਜੀ, ਉਹਨਾਂ ਦਾ ਧੰਨਵਾਦ। ਦਾਸ ਬਹੁਤ ਪ੍ਰੇਮ ਕਰਦਾ ਹੈ ਤੇ ਉਹ ਵੀ ਦਾਸ ਨੂੰ ਬੜਾ ਪ੍ਰੇਮ ਕਰਦੇ ਨੇ। ਬਹੁਤ ਸਾਰੀਆਂ ਸੰਗਤਾਂ ਸੁਭਾਸ਼ ਨਗਰ ਤੋਂ ਸੰਗਤਾਂ ਪਹੁੰਚੀਆਂ ਹੋਈਆਂ ਨੇ, ਇਹ ਉਹਨਾਂ ਦਾ ਵੀ ਧੰਨਵਾਦ ਹੈ। ਔਰ ਖਾਸ ਕਰਕੇ ਇਸ ਗੁਰਦੁਆਰਾ ਸਾਹਿਬ ਪਾਵਨ ਸਥਾਨ ਦੇ ਪ੍ਰਧਾਨ ਸਾਹਿਬ ਹਰਮੀਤ ਸਿੰਘ ਜੀ, ਹੋਰ ਜਿੰਨੇ ਮੀਤ ਸਕੱਤਰ ਜੀ, ਸਕੱਤਰ ਸਾਹਿਬ ਜੀ ਤੇ ਸਰਦਾਰ ਇੰਦਰਜੀਤ ਸਿੰਘ ਜੀ, 13 ਵੈਲਫੇਅਰ ਟਰਸਟ ਜਿਨ੍ਹਾਂ ਦੇ ਇਹਨਾਂ ਅਣਥਕ ਉਪਰਾਲਿਆਂ ਦੇ ਨਾਲ ਇਹ ਸਮਾਗਮ ਕੀਤੇ ਜਾਂਦੇ ਨੇ। ਕੱਲ੍ਹ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਾਂਗੇ। ਪਰਸੋਂ ਦਾ ਜਿਹੜਾ ਸਮਾਗਮ ਹੈ ਉਹ ਬੰਗਲਾ ਸਾਹਿਬ ਹੈ ਜੀ। ਆਪ ਸੰਗਤਾਂ ਸਾਰੇ ਵੱਧ ਚੜ ਕੇ ਹਾਜ਼ਰੀਆਂ ਭਰਿਓ ਤੇ ਕੱਲ੍ਹ ਨੂੰ ਆਪ ਜੀ ਨੂੰ ਦੱਸ ਦਿੱਤਾ ਜਾਏਗਾ ਅਗਲੇ ਸਾਲ ਦਾ ਸਮਾਗਮ ਕਿਹੜੀ ਜਗ੍ਹਾ ਹੋਏਗਾ। ਇੱਥੇ ਹੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ। ਕੱਲ੍ਹ ਨੂੰ ਭਗਤ ਨਾਮਦੇਵ ਜੀ ਦੇ 61 ਸ਼ਬਦਾਂ ਵਿੱਚੋਂ ਕੁਝ ਸ਼ਬਦਾਂ ਦੇ ਦਰਸ਼ਨ, ਵੱਧ ਤੋਂ ਵੱਧ 18 ਰਾਗ ਦੀ ਬਾਣੀ ਜਿਹੜੀ ਹੈ ਉਹ ਦਰਸ਼ਨ ਕਰਕੇ ਆਪ ਸੰਗਤਾਂ ਤੋਂ ਖਿਮਾ ਦੇ ਜਾਚਕ ਹੋਵਾਂਗੇ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।